ਕੀਤਾ ਜਾਤੋ ਨਾਹੀ। मैनों जोग की तोई मैं निर्गुण यारे को गुण नाही। आपे तरस पयोई तरस पया मेहरामत होई। सतगुर सज्जन मिलिया नानक नाम मिलै तां जीवा। तन मन थीवै हरिया अंतर गुर आराधना। जिहवा जप गुर नाओ नेतरी सतगुर पेखना। श्रवणी सुनना गुर नाओ सतगुर सेती रतिया। दरगह पाइयै ठाओ कहो नानक कृपा करे। जिसनू ए मत दे जग मैं उत्तम काढ़िए। विरले केई के सुको होटल गुर सेविए। ऐनिस सहज सुभाए दर्शन परसिए। गुरु के जन्म मरण दुख जाय। होवै सिफत कसमदी नूर अरसों कुरसों चटिया। तुद डिठे सच्चे पातशाह मल जन्म जन्म दी कटिया। तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। सोरठ महला नावा। माई मैं के बिद लखो गुसाई। महामोह अज्ञान तिमर मोह मन रयो रजाई। राओ सगल जन्म भरम ही भरम खोयो। ना स्थिर मत पाई। बिख्या सगत रयो निसबासुर। ना छूटी अदमाई। माई मैं के बिद लखो गुसाई। वाहिगुरु जी का खालसा वाहिगुरु जी की फतेह। जुगो जुग अटल गरीब नवाज सतगुरु पतित पावन गुरु ग्रंथ साहिब जियां दी पवित्र पावन हजूरी अंदर ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਨੇ ਗੁਰਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਦਿਆਂ ਹੋਇਆਂ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਉਸ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਆਪ ਸੰਗਤਾਂ ਸਰਵਣ ਕਰਕੇ ਵੱਡਾ ਭਾਰੀ ਲਾਭ ਪ੍ਰਾਪਤ ਕਰਕੇ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਬਣਾਇਆ ਹੈ। अवर काज तेरा कितै न काम मिल साध संगत भाज केवल नाम। जिहड़ा सिख गुरु दे दसे होए सिद्धांत दे मुताबिक चलदा है, गुरु दे दसे होए उपदेश जां रस्ते ते चलदा है, प्राप्ति उहनूं है। जिहड़ा दसे होए रस्ते ते नहीं चलेगा वो मंजिल नूं प्राप्त नहीं होवेगा। ते सतगुरां ने बचन कीता अवर काज तेरा कितै न काम।
ਸੰਸਾਰ ਦੇ ਧੰਦੇ, ਸੰਸਾਰ ਦੇ ਜੰਜਾਲ ਇਹੋ ਜਿਹੇ ਨੇ, ਸਾਰੀ ਉਮਰ ਮਨੁੱਖ ਕਰਦਾ ਤੇ ਸੰਸਾਰੀ ਧੰਦੇ ਹੀ ਹੈ। ਇਸ ਜੰਜਾਲ ਵਿੱਚੋਂ ਨਿਕਲ ਨਹੀਂ ਪਾਉਂਦਾ। ਪਰ ਪਾਤਸ਼ਾਹ ਕਹਿਣ ਲੱਗੇ, ਜਦੋਂ ਪਰਮੇਸ਼ਰ ਦੇ ਦਰਬਾਰ ਨੂੰ ਪ੍ਰਾਪਤ ਹੋਵੇਗਾ, ਇਹਨਾਂ ਧੰਦਿਆਂ ਨੇ ਉੱਥੇ ਤੇਰੀ ਮਦਦ ਨਹੀਂ ਕਰਨੀ, ਸਗੋਂ ਤੈਨੂੰ ਆਪਣੇ ਵਿੱਚ ਹੋਰ ਇਹਨਾਂ ਨੇ ਪਕੜ ਲੈਣਾ ਹੈ। ਅਵਰ ਕਾਈ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਸੰਗਤ ਵਿੱਚ ਆ ਕੇ ਵੀ ਕੀ ਕਰਨਾ ਹੈ? ਇਹ ਨਹੀਂ ਵੀ ਸੰਗਤ ਵਿੱਚ ਚੱਲ ਕੇ ਆ ਗਏ ਤੇ ਆਪਾਂ ਹੁਣ ਇੱਥੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਈਏ ਜਾਂ ਉਪਦਰਵ ਕੋਈ ਝਗੜਾ ਕਰ ਲਈਏ। ਨਹੀਂ, ਸਾਧ ਸੰਗਤ ਵਿੱਚ ਆਇਆ ਹੈ, ਇੱਥੇ ਆ ਕੇ ਇਹ ਕੰਮ ਕਰ, ਭਜ ਕੇਵਲ ਨਾਮ। ਸੰਗਤ ਵਿੱਚ ਕੇਵਲ ਤੇ ਕੇਵਲ ਨਾਮ ਜਪਿਆ ਜਾਵੇ, ਕੇਵਲ ਤੇ ਕੇਵਲ ਨਾਮ ਸੁਣਿਆ ਜਾਵੇ, ਬਾਣੀ ਪੜ੍ਹੀ ਜਾਵੇ ਜਾਂ ਸੁਣੀ ਜਾਵੇ। ਇਹਦੇ ਤੋਂ ਬਿਨਾਂ ਕੋਈ ਦੂਜਾ ਕਰਮ ਸੰਗਤ ਵਿੱਚ ਨਹੀਂ ਕਰਨਾ ਹੈ। ਮਿਲ ਸਾਧ ਸੰਗਤ, ਜੇ ਸਾਧ ਸੰਗਤ ਵਿੱਚ ਆ ਕੇ ਮਿਲਿਆ, ਬੈਠਾ ਹੈ, ਪ੍ਰਾਪਤ ਹੋ ਗਿਆ, ਤੇ ਫਿਰ ਆ ਕੇ ਭਜ ਕੇਵਲ ਨਾਮ, ਨਾਮ ਦਾ ਭਜਨ ਕਰ, ਨਾਮ ਦਾ ਸਿਮਰਨ ਕਰ। ਇਹ ਸੰਗਤ ਵਿੱਚ ਆਉਣ ਦਾ ਮਹਾਰਾਜ ਜੀਆਂ ਨੇ ਸਾਨੂੰ ਰਹੱਸ ਦੱਸਿਆ ਹੈ ਵੀ ਸੰਗਤ ਵਿੱਚ ਆ ਕੇ ਕੀ ਕਰਨਾ ਚਾਹੀਦਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਵਿੱਤਰ ਬਚਨ ਆਪਾਂ ਸਰਵਣ ਕੀਤੇ ਨੇ। ਜਿਵੇਂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨਵਾਂ। ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀਆਂ ਦਾ ਜਿਹੜਾ ਉਪਦੇਸ਼ ਹੈ, ਪਵਿੱਤਰ ਉਪਦੇਸ਼ ਸਾਨੂੰ ਪ੍ਰਾਪਤ ਹੋ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਨੇ ਉਹਨਾਂ ਨੂੰ ਯਾਦ ਕੀਤਾ ਹੈ, ਇਹ ਨਿਧੀਆਂ ਸਿੱਧੀਆਂ ਰਿਧੀਆਂ ਤੇ ਪ੍ਰਾਪਤ ਹੁੰਦੀਆਂ। ਤੇ ਸਤਿਗੁਰੂ ਜੀ ਸਾਰੇ ਥਾਵਾਂ ਤੇ, ਭਾਵੇਂ ਲੋਕ ਹੈ ਤੇ ਭਾਵੇਂ ਪਰਲੋਕ ਹੈ, ਐਸੇ ਮਹਾਰਾਜ ਕਿਰਪਾ ਕਰਦੇ, ਐਸੀ ਮਦਦ ਕਰਦੇ, ਸਹਾਇਤਾ ਕਰਦੇ। ਜਿਹੜੇ ਸਤਿਗੁਰੂ ਜੀ ਆਪਣੇ ਜੀਵਨ ਕਾਲ ਦੇ ਵਿੱਚ ਦੂਜੇ ਦੇ ਧਰਮ ਦੇ ਵਾਸਤੇ ਸਰੀਰ ਦੀ ਕੁਰਬਾਨੀ ਕਰ ਸਕਦੇ, ਐਸੇ ਸਤਿਗੁਰੂ ਜੀ ਆਪਣੇ ਸਿੱਖ ਦੇ ਭਲੇ ਵਾਸਤੇ ਕੀ ਨਹੀਂ ਕਰਨਗੇ। ਜਿਹੜੇ ਸਤਿਗੁਰੂ ਐਸਾ ਹਿਰਦਾ ਜਿਨ੍ਹਾਂ ਦਾ ਪਰਉਪਕਾਰੀ ਸੁਭਾਅ ਹੈ, ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਜਿਹੜਾ ਕਾਰਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤਾ, ਦੁਨੀਆ ਦਾ ਕੋਈ ਵਿਅਕਤੀ, ਕੋਈ ਪੈਗੰਬਰ ਕਰ ਨਹੀਂ ਸਕਿਆ, ਨਾ ਕੋਈ ਕਰ ਸਕੇਗਾ। ਦੂਜੇ ਦੇ ਧਰਮ ਦੇ ਵਾਸਤੇ ਦੁਖੀ ਵੇਖ ਕੇ ਉਹਨਾਂ ਦੀ ਮਦਦ ਵਾਸਤੇ ਆਪਣੇ ਸਰੀਰ ਦੀ ਕੁਰਬਾਨੀ ਕਰਦੇ ਪਏ। ਤੇ ਸਤਿਗੁਰੂ ਐਸੇ ਪਰਉਪਕਾਰੀ ਨੇ, ਸਿੱਖਾ ਜੇ ਤੂੰ ਸ਼ਰਨ ਵਿੱਚ ਆਏਗਾ ਤੇ ਤੇਰਾ ਭਲਾ ਕਿਉਂ ਨਹੀਂ ਕਰਨਗੇ। ਤੂੰ ਤੇ ਉਹਨਾਂ ਦਾ ਆਪਣਾ ਹੈ। ਜਿਹੜੇ ਦੂਸਰਿਆਂ ਦੇ ਵਾਸਤੇ ਆਪਣਾ ਜਿੰਦ ਜਾਨ ਲੁਟਾ ਸਕਦੇ, ਕੁਰਬਾਨੀ ਕਰ ਸਕਦੇ, ਉਹ ਆਪਣਿਆਂ ਦੇ ਉੱਪਰ ਬਖਸ਼ਿਸ਼ ਕਿਉਂ ਨਹੀਂ ਕਰਨਗੇ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਗੁਰੂ ਤੇਗ ਬਹਾਦਰ ਵਰਗੀ ਬਖਸ਼ਿਸ਼ ਕਿਸੇ ਨੇ ਨਹੀਂ ਕੀਤੀ, ਨਾ ਕੋਈ ਕਰ ਸਕਦਾ ਹੈ। ਐਸੇ ਸਤਿਗੁਰਾਂ ਦੀ ਬਾਣੀ ਸਾਨੂੰ ਸਰਵਣ ਕਰਨ ਵਾਸਤੇ ਗੁਰਮੁਖੋਂ ਪ੍ਰਾਪਤ ਹੋ ਰਹੀ ਹੈ। ਵੱਡੇ ਭਾਗ ਨੇ। ਸੋਰਠ ਮਹੱਲਾ ਨਾਵਾਂ। ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਬਚਨ ਬਖਸ਼ਿਸ਼ ਕਰ ਰਹੇ ਨੇ। ਅੱਜ ਦੀ ਇਹ ਵਿਚਾਰ 632 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਹ ਜੋ ਸ਼ਬਦ ਹੈ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਫਰਮਾਉਂਦੇ ਹਨ, ਮਾਈ ਮੈਂ ਕੇ ਬਿਦ ਲਖੋ ਗੁਸਾਈ। ਮਾਈ ਤੋਂ ਭਾਵ ਹੈ, ਹੇ ਭਾਈ ਮੈਂ ਪਰਮਾਤਮਾ ਨੂੰ ਕਿਵੇਂ ਜਾਣਾ। ਸਾਡਾ ਕੋਈ ਕੰਮ ਅੜ ਜਾਵੇ, ਰੁਕ ਜਾਵੇ, ਰੁਕਾਵਟ ਪੈ ਜਾਵੇ, ਸਾਡੇ ਤੋਂ ਉਹ ਕੰਮ ਨਾ ਹੁੰਦਾ ਹੋਵੇ ਤੇ ਅਸੀਂ ਆਪਣੇ ਭਰਾਵਾਂ ਨਾਲ, ਦੋਸਤਾਂ ਨਾਲ, ਰਿਸ਼ਤੇਦਾਰਾਂ ਦੇ ਨਾਲ ਸਲਾਹ ਕਰਦੇ ਹਾਂ, ਬਜ਼ੁਰਗਾਂ ਦੇ ਨਾਲ ਸਲਾਹ ਕਰੀਦੀ ਹੈ। ਤੁਹਾਡੇ ਕੋਲ ਤਜਰਬਾ ਜ਼ਿਆਦਾ ਹੈ, ਇੱਥੇ ਆ ਕੇ ਮੇਰੀ ਘੁੰਡੀ ਅੜ ਗਈ ਹੈ, ਮੇਰੇ ਕੰਮ ਦੇ ਵਿੱਚ ਰੁਕਾਵਟ ਪੈ ਗਈ ਹੈ, ਇੱਥੋਂ ਮੈਂ ਅੱਗੇ ਕਿਵੇਂ ਨਿਕਲਾਂ। ਆਪਣੇ ਤੋਂ ਜ਼ਿਆਦਾ ਤਜਰਬੇ ਵਾਲੇ ਨੂੰ ਪੁੱਛਿਆ ਜਾਂਦਾ ਹੈ, ਕਿਉਂਕਿ ਉਹਦੇ ਕੋਲ ਤਜਰਬਾ ਹੈ, ਉਹਨੇ ਇਹੋ ਜਿਹੇ ਕਈ ਮਸਲੇ ਹੱਲ ਕੀਤੇ। ਤੇ ਸਤਿਗੁਰੂ ਬਚਨ ਕਰਦਾ, ਕਹਿਣ ਲੱਗੇ, ਮਾਈ ਹੈ ਭਾਈ
ਬਚਨ ਇਹ ਆ ਵੀ ਪਰਮਾਤਮਾ ਨੂੰ ਕਿਵੇਂ ਜਾਣਾ। ਮੈਂ ਤੇ ਜਾਣ ਨਹੀਂ ਸਕਿਆ, ਪਰ ਜਿਨ੍ਹਾਂ ਨੇ ਜਾਣਿਆ ਉਹਨਾਂ ਦੀ ਸਲਾਹ ਲੈਂਦੇ ਪਏ ਵੀ ਤੁਸੀਂ ਦੱਸੋ ਵੀ ਤੁਸੀਂ ਕਿਵੇਂ ਜਾਣਿਆ, ਪਰਮਾਤਮਾ ਨੂੰ ਕਿਵੇਂ ਪਾਇਆ। ਮੈਂ ਨਹੀਂ ਪਾ ਸਕਦਾ, ਮੇਰੇ ਤੋਂ ਨਹੀਂ ਪਾਇਆ ਜਾ ਰਿਹਾ। ਪਰਮਾਤਮਾ ਨੂੰ ਪਾਉਣ ਦੇ ਵਿੱਚ ਰੁਕਾਵਟ ਬੜੀ ਵੱਡੀ ਆਉਂਦੀ ਪਈ ਹੈ, ਮੈਂ ਪਾ ਨਹੀਂ ਸਕਿਆ। ਪਰਮਾਤਮਾ ਨੂੰ ਪਾਉਣ ਵਾਸਤੇ ਕੀ ਕਰਨਾ ਪਵੇਗਾ। ਤੇ ਜਦੋਂ ਇਹ ਸਲਾਹ ਲਈ ਨਾ ਕਿਸੇ ਗੁਰਮੁਖ ਦੀ, ਨਾਮ ਜਪਣ ਵਾਲੇ ਸਾਧੂ ਦੀ, ਤੇ ਫਿਰ ਅਗਲਾ ਅੱਗੋਂ ਸਵਾਲ ਕਰਦਾ ਵੀ ਤੂੰ ਕਿਸ ਤਰ੍ਹਾਂ ਕਾਰਜ ਕੀਤਾ, ਪਹਿਲਾਂ ਦੱਸ ਵੀ ਕਿੱਥੋਂ ਕੁ ਤੱਕ ਤੂੰ ਪਹੁੰਚਿਆ, ਤੈਨੂੰ ਰੁਕਾਵਟ ਕਿੱਥੇ ਜਾ ਕੇ ਪਈ ਹੈ, ਕਿੰਨੀ ਕੁ ਮੰਜ਼ਿਲ ਤੂੰ ਤੈਅ ਕਰ ਲਈ ਹੈ, ਕਿੰਨੀ ਕੁ ਮੰਜ਼ਿਲ ਤੇਰੀ ਹਾਲੇ ਰਹਿੰਦੀ ਹੈ। ਜਦੋਂ ਇਸ ਤਰ੍ਹਾਂ ਮਹਾਤਮਾ ਕੋਈ ਪੁੱਛਦਾ ਨਾ, ਜਦੋਂ ਜਗਿਆਸੂ ਜਾ ਕੇ ਬੇਨਤੀ ਕਰਦਾ ਪਰਮਾਤਮਾ ਨੂੰ ਕਿਵੇਂ ਪਾਈਏ, ਤੇ ਉਸ ਵੇਲੇ ਫਿਰ ਮਹਾਤਮਾ ਅੱਗੋਂ ਕਹਿੰਦੇ ਕਿੱਥੋਂ ਕੁ ਤੱਕ ਪਹੁੰਚ ਗਿਆ, ਕਿੰਨੀ ਕੁ ਪ੍ਰਾਪਤੀ ਹੋਈ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਜਾਈ। ਸਤਿਗੁਰੂ ਬਖਸ਼ਿਸ਼ ਕਰਦੇ ਅਗਿਆਨ ਤਿਮਰ, ਤਿਮਰ ਤੋਂ ਭਾਵ ਹੁੰਦਾ ਹਨੇਰਾ। ਅਗਿਆਨਤਾ ਦੇ ਹਨੇਰੇ ਦੇ ਨਾਲ ਮੇਰੇ ਮਨ ਦੇ ਵਿੱਚ ਮਨਾ ਮੂਹੀ ਮੋਹ ਪੈਦਾ ਹੋ ਰਿਹਾ। ਜੇ ਤੇ ਹੁੰਦਾ ਗਿਆਨ ਤੇ ਫਿਰ ਤੇ ਮੋਹ ਹੀ ਨਾ ਆਉਂਦਾ। ਜਿੱਥੇ ਗਿਆਨ ਹੈ ਉੱਥੇ ਹਨੇਰਾ, ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰਾ ਨਹੀਂ ਆਵੇਗਾ। ਜੇ ਗਿਆਨ ਹੁੰਦਾ ਤੇ ਫਿਰ ਕਦੇ ਵੀ ਇਹ ਮਨ ਦੇ ਵਿੱਚ ਮੋਹ ਨਾ ਆਉਂਦਾ। ਮੋਹ ਕਿਉਂ ਆ ਗਿਆ ਹੈ? ਅਗਿਆਨ ਤਿਮਰ, ਅਗਿਆਨਤਾ ਦੇ ਹਨੇਰੇ ਕਰਕੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਹਾ ਮੋਹ, ਬਹੁਤ ਵੱਡਾ ਮੋਹ, ਮਨਾ ਮੂਹੀ ਮੋਹ ਜਿਹੜਾ ਮੇਰੇ ਮਨ ਨੂੰ ਘੇਰ ਕੇ ਬੈਠਾ ਹੈ, ਉਹਦੇ ਕਰਕੇ ਮੇਰਾ ਮਨ ਉਲਝਿਆ ਹੋਇਆ, ਫਸਿਆ ਹੋਇਆ। ਮੈਂ ਚੱਕਰ ਵਿੱਚ ਪੈ ਗਿਆ, ਇਹੋ ਜਿਹਾ ਚੱਕਰ ਵਿੱਚ ਫਸਿਆ ਵੀ ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ। ਕਿਉਂ ਨਹੀਂ ਨਿਕਲਿਆ ਜਾਂਦਾ? ਕਿਉਂਕਿ ਮਨ ਦੇ ਵਿੱਚ ਬੜਾ ਵੱਡਾ ਮੋਹ ਨੇ ਆ ਕੇ ਘਰ ਪਾ ਲਿਆ। ਤੇ ਗੁਰਮੁਖੋ ਮੋਹ ਤੇ ਜੇ ਕਿਤੇ ਰੰਚਕ ਮਾਤਰ ਵੀ ਹੋ ਜਾਵੇ ਨਾ, ਥੋੜਾ ਜਿਹਾ ਵੀ ਹੋ ਜਾਵੇ ਨਾ, ਤੇ ਉਹ ਮੋਹ ਜਿਹੜਾ ਬਾਹਰ ਨਹੀਂ ਨਿਕਲਣ ਦਿੰਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਸਾਖੀ ਜਿਹੜੀ ਹੈ ਮਹਾਤਮਾ ਸਰਵਣ ਕਰਵਾਉਂਦੇ, ਗੁਰਮੁਖ ਸਰਵਣ ਕਰਵਾਉਂਦੇ ਕਿ ਇਹ ਮੋਹ ਜਿਹੜਾ ਬੰਦੇ ਨੂੰ ਕਿਵੇਂ ਜਨਮਾਂ ਵਿੱਚ ਲੈ ਕੇ ਜਾਂਦਾ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੇਸਾਂ ਦਸੰਤਰਾਂ ਦੀ ਯਾਤਰਾ ਕਰਦਿਆਂ ਹੋਇਆਂ ਇੱਕ ਨਗਰ ਦੇ ਵਿੱਚ ਪਹੁੰਚੇ ਤੇ ਇਸ ਘਰ ਦੇ ਵਿੱਚ ਬਜ਼ੁਰਗ ਆਪਣੇ ਬੱਚਿਆਂ ਦੇ ਨਾਲ ਲੜਦਾ ਪਿਆ। ਬੱਚੇ ਜਵਾਨ ਨੇ, ਕਹਿਣ ਲੱਗਾ ਵੀ ਤੁਸੀਂ ਕੰਮ ਕੋਈ ਨਹੀਂ ਕਰਦੇ, ਮੈਂ ਸਾਰਾ ਦਿਨ ਹੱਡ ਤੋੜਵੀਂ ਮਿਹਨਤ ਕਰਦਾ, ਖੇਤਾਂ ਵਿੱਚ ਲੱਗਾ ਰਹਿੰਦਾ, ਹਲ ਵਾਹੁੰਦਾ ਰਹਿੰਦਾ, ਤੁਸੀਂ ਕੰਮ ਕੋਈ ਨਹੀਂ ਤਾਂ ਕਰਦੇ, ਮੇਰੇ ਮਗਰੋਂ ਤੁਹਾਡਾ ਗੁਜ਼ਾਰਾ ਕਿਵੇਂ ਹੋਵੇਗਾ? ਮੇਰੇ ਤੋਂ ਮਗਰੋਂ ਤੁਸੀਂ ਭੁੱਖੇ ਮਰ ਜਾਓਗੇ। ਜਦੋਂ ਬਜ਼ੁਰਗ ਨੇ ਬਚਨ ਕੀਤੇ ਤੇ ਸਤਿਗੁਰਾਂ ਨੇ ਸੁਣ ਲੈ। ਮਹਾਰਾਜ ਕਹਿਣ ਲੱਗੇ ਭਾਈ ਇਹ ਪ੍ਰਮਾਤਮਾ ਨੇ ਸਾਰਿਆਂ ਨੂੰ ਰਿਜ਼ਕ ਲਿਖਿਆ ਕਰਮਾਂ ਵਿੱਚ, ਆਪਣੇ ਆਪ ਮਿਲ ਜਾਣਾ। ਬਜ਼ੁਰਗੋ ਇਹ ਨਹੀਂ ਕਹੀਦਾ ਵੀ ਮੇਰੇ ਮਗਰੋਂ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ, ਤੁਹਾਨੂੰ ਕੋਈ ਪਾਲ ਨਹੀਂ ਸਕੇਗਾ। ਇਹ ਮਨ ਦੀ ਹਉਮੈ ਹੈ, ਇਹ ਮਨ ਦਾ ਮੋਹ ਹੈ। ਇਸ ਮੋਹ ਵਿੱਚ ਨਾ ਪਾਓ, ਪਰਮਾਤਮਾ ਸਾਰਿਆਂ ਨੂੰ ਪਾਲਦਾ ਹੈ। ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਇਹ ਬਚਨ ਨੇ ਗੁਰਬਾਣੀ ਦੇ। ਤੇ ਉਹ ਬਜ਼ੁਰਗ ਕਹਿਣ ਲੱਗਾ, ਕਹਿੰਦਾ ਜੀ ਇਹ ਕੰਮਕਾਰ ਹੀ ਕੋਈ ਨਹੀਂ ਕਰਦੇ, ਸਾਰਾ ਦਿਨ ਵਿਹਲੇ ਬੈਠੇ ਰਹਿੰਦੇ, ਮੈਂ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ, ਬੜੀ ਮੁਸ਼ੱਕਤ ਕਰਦਾ, ਇਹਨਾਂ ਦੀ ਮਸਾਂ ਪਾਲਣਾ ਕਰਦਾ। ਕੱਲ੍ਹ ਨੂੰ ਜੇ ਮੈਨੂੰ ਕੁਝ ਹੋ ਗਿਆ ਤੇ ਇਹ ਕੀ ਕਰਨਗੇ? ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ? ਸਤਿਗੁਰੂ ਪਾਤਸ਼ਾਹ ਦੇ ਨਾਲ ਐਸੇ ਬਚਨ ਜਦੋਂ ਹੋਏ, ਕਹਿਣ ਲੱਗੇ ਉਹਨਾਂ ਦੇ ਘਰ ਦਾ ਇੱਕ ਬਲਦ ਜਿਹੜਾ ਹੈ ਨਾ, ਹਲ 'ਤੇ ਲੱਗਣ ਵਾਲਾ, ਹਲ ਖਿੱਚਣ ਵਾਲਾ ਬਲਦ, ਉਹ ਮਰ ਗਿਆ। ਇਹ ਜਿਹੜਾ ਬੁੱਢਾ ਬਜ਼ੁਰਗ ਹੈ ਘਰ ਦੇ ਵਿੱਚ, ਇਹਦੇ ਮਨ ਵਿੱਚ ਫਿਕਰ ਪੈ ਗਿਆ, ਚਿੰਤਾ ਪੈ ਗਈ ਕਿ ਹਲ ਦੇ ਉੱਪਰ ਦੋਵਾਂ ਬਲਦਾਂ ਨਾਲ ਹੀ ਹਲ ਵਾਹਿਆ ਜਾ ਸਕਦਾ, ਜੇ ਇੱਕ ਮਰ ਗਿਆ ਤੇ ਦੂਜਾ ਵੀ ਨਿਕੰਮਾ ਹੋ ਗਿਆ। ਇਹ ਇੱਕ ਬਲਦ ਮਰਿਆ ਹੈ, ਇਹਦੀ ਹੁਣ ਪ੍ਰਾਪਤੀ ਕਿਵੇਂ ਹੋਵੇ, ਅਸੀਂ ਕਿਵੇਂ ਖਰੀਦਾਂਗੇ ਤੇ ਇਹਦੇ ਨਾਲ ਸਾਡਾ ਕੰਮਕਾਰ ਕਿਵੇਂ ਚੱਲੇਗਾ? ਚਿੰਤਾ ਪੈ ਗਈ ਮਨ ਦੇ ਵਿੱਚ ਇਸ ਗੱਲ ਦੀ। ਕਹਿਣ ਲੱਗੇ ਥੋੜਾ ਸਮਾਂ ਲੰਘਿਆ ਤੇ ਬਜ਼ੁਰਗ ਦੀ ਮੌਤ ਹੋ ਗਈ, ਕਿਉਂਕਿ ਸਮਾਂ ਹੈ ਨਾ ਆਪੋ ਆਪਣਾ ਜ਼ਿੰਦਗੀ ਹੈ। ਬਜ਼ੁਰਗ ਦੀ ਮੌਤ ਹੋਈ, ਧਿਆਨ ਬਲਦ ਵੱਲ ਹੈ ਵੀ ਸਾਡਾ ਬਲਦ ਮਰਿਆ, ਘਾਟਾ ਪੈ ਗਿਆ ਹੈ। ਕਹਿਣ ਲੱਗੇ ਉਸੇ ਘਰ ਦੇ ਵਿੱਚ ਬੈਲ ਬਣ ਕੇ ਤੇ ਜਨਮ ਪਿਆ, ਬੱਚਾ ਬਣ ਕੇ ਗਾਂ ਦੇ ਪੇਟ ਦੇ ਰਾਹੀਂ ਉਸੇ ਹੀ ਘਰ ਵਿੱਚ ਫਿਰ ਜਨਮ ਲੈ ਲਿਆ। ਆ ਕੇ ਮੋਹ ਹੈ ਨਾ ਮਨ ਦੇ ਵਿੱਚ, ਮੇਰੇ ਪੁੱਤਰਾਂ ਦਾ ਕੰਮ ਕਿਵੇਂ ਚੱਲੇਗਾ? ਬਲਦ ਬਣ ਕੇ ਜੰਮਿਆ, ਜਦੋਂ ਥੋੜਾ ਜਵਾਨ ਹੋਇਆ ਤੇ ਹਲ ਦੇ ਉੱਪਰ ਲੱਗ ਗਿਆ, ਹਲ ਬੜਾ ਖਿੱਚਦਾ, ਬੜੀ ਮਿਹਨਤ ਕਰਦਾ, ਬੜਾ ਤੇਜ਼ ਤੁਰਦਾ ਹੈ। ਮੈਂ ਛੇਤੀ ਆਪਣੇ ਪੁੱਤਰਾਂ ਦੀ ਜ਼ਮੀਨ ਨੂੰ ਵਾਹ ਕੇ ਇੱਥੇ ਫਸਲ ਬੀਜੀ ਜਾਵੇ ਤਾਂ ਕਿ ਇਹਨਾਂ ਨੂੰ
ਜਿਹੜੀਆਂ ਨੇ ਸਾਰੀਆਂ ਉਹ ਸਹੂਲਤਾਂ ਮਿਲ ਜਾਣ, ਅੰਨ ਇਹਨਾਂ ਨੂੰ ਪ੍ਰਾਪਤ ਹੋ ਜਾਵੇ। ਕਹਿਣ ਲੱਗੇ ਫਿਰ ਸਤਿਗੁਰਾਂ ਦੇ ਨਾਲ ਮਿਲਾਪ ਹੋਇਆ ਤੇ ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ ਬਜ਼ੁਰਗੋ, ਮਨੁੱਖਾ ਜਨਮ ਤੋਂ ਬਲਦ ਜਨਮ ਦੇ ਵਿੱਚ ਪਸ਼ੂ ਜਨਮ ਦੇ ਵਿੱਚ ਆ ਗਏ। ਵੇਖੋ ਹਲ ਖਿੱਚਣਾ ਪੈਂਦਾ ਸਾਰਾ ਦਿਨ, ਤੁਹਾਡੇ ਪੁੱਤਰਾਂ ਦੀ ਮਰਜ਼ੀ ਹੈ, ਤੁਹਾਡੇ ਮਾਲਕਾਂ ਦੀ ਮਰਜ਼ੀ ਹੈ ਤੁਹਾਨੂੰ ਪਾਣੀ ਪਿਲਾਉਣ ਕਿ ਨਾ ਪਿਲਾਉਣ, ਚਾਰਾ ਪਾਉਣ ਜਾਂ ਨਾ ਪਾਉਣ, ਧੁੱਪੇ ਛਾਵੇਂ ਰੱਖਣ ਜਾਂ ਨਾ ਰੱਖਣ, ਉਹਨਾਂ ਦੀ ਮਰਜ਼ੀ ਹੈ। ਵੇਖੋ ਕਿੰਨੀ ਤੁਸੀਂ ਮਿਹਨਤ ਕਰਦੇ, ਮੁਸ਼ੱਕਤ ਕਰਦੇ, ਇੱਥੋਂ ਕੁਝ ਨਹੀਂ ਮਿਲਣਾ, ਤੁਹਾਨੂੰ ਮੁਕਤ ਕਰ ਦਈਏ। ਤੇ ਕਹਿਣ ਲੱਗਾ ਉਹ ਬੈਲ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਨਹੀਂ, ਜੇ ਮੈਨੂੰ ਮੁਕਤ ਕਰੋਗੇ ਤਾਂ ਮੈਨੂੰ ਇਹ ਸਰੀਰ ਛੱਡਣਾ ਪਵੇਗਾ, ਜੇ ਮੈਨੂੰ ਸਰੀਰ ਛੱਡਣਾ ਪਿਆ ਮੇਰੇ ਪੁੱਤਰਾਂ ਨੂੰ ਅੱਗੇ ਬਲਦ ਨਵਾਂ ਲੈਣਾ ਪਵੇਗਾ, ਉਹਦੇ ਵਾਸਤੇ ਉਹਨਾਂ ਨੂੰ ਹੋਰ ਮਾਇਆ ਖਰਚਣੀ ਪਵੇਗੀ। ਇਹ ਤੇ ਪਹਿਲਾਂ ਹੀ ਕਰਜ਼ੇ ਥੱਲੇ ਚੱਲਦੇ ਪਏ, ਐਡਾ ਵੱਡਾ ਇਹਨਾਂ ਤੋਂ ਬੋਝ ਨਹੀਂ ਚੁੱਕਿਆ ਜਾਣਾ, ਮੈਨੂੰ ਇਹ ਬਲਦੀ ਬਣਿਆ ਰਹਿਣ ਦਿਓ, ਕੋਈ ਗੱਲ ਨਹੀਂ, ਮੈਂ ਭੁੱਖਾ ਵੀ ਰਹਿ ਲਵਾਂਗਾ, ਪਿਆਸਾ ਵੀ ਰਹਿ ਲਵਾਂਗਾ, ਮੈਂ ਧੁੱਪੇ ਵੀ ਖੜਾ ਰਹਿ ਸਕਦਾ, ਮੈਂ ਹਲ ਵੀ ਖਿੱਚੀ ਜਾਵਾਂਗਾ ਸਾਰੀ ਉਮਰ, ਪਰ ਮੈਨੂੰ ਇੱਥੋਂ ਜਨਮ ਦੇ ਵਿੱਚੋਂ ਨਾ ਕੱਢੋ, ਇਹ ਮੇਰੇ ਪੁੱਤਰਾਂ ਨੂੰ ਬੜਾ ਵੱਡਾ ਘਾਟਾ ਪੈ ਜਾਣਾ, ਐਸਾ ਮੋਹ ਵਿੱਚ ਫਸਿਆ ਹੋਇਆ। ਕਹਿਣ ਲੱਗੇ ਕੁਝ ਸਮਾਂ ਬਤੀਤ ਹੋ ਗਿਆ, ਬਲਦ ਦੀ ਜੂਨੀ ਛੁੱਟ ਗਈ, ਮਰ ਗਿਆ, ਕੁੱਤਾ ਬਣ ਕੇ ਉਹਨਾਂ ਦੇ ਘਰ ਵਿੱਚ ਆ ਕੇ ਜਨਮਿਆ, ਕੁੱਤਾ ਬਣ ਕੇ ਪ੍ਰਾਪਤ ਹੋਇਆ। ਤੇ ਜਦੋਂ ਕੁੱਤਾ ਬਣ ਕੇ ਸਾਰੀ ਰਾਤ ਭੌਂਕਦਾ ਰਹਿੰਦਾ, ਕੰਧਾਂ ਤੇ ਚੜ੍ਹਿਆ ਰਹਿੰਦਾ, ਕੋਠੇ ਤੇ ਚੜ੍ਹਿਆ ਰਹਿੰਦਾ, ਬੜੀ ਸਾਵਧਾਨੀ ਨਾਲ ਦਿਨੇ ਤੇ ਰਾਤ ਪਹਿਰਾ ਦਿੰਦਾ। ਇਸ ਨੂੰ ਫਿਰ ਪੁੱਛਿਆ ਗਿਆ, ਕਹਿਣ ਲੱਗੇ ਹੁਣ ਤੇ ਜਿਹੜੀ ਜੂਨੀ ਹੈ ਹੋਰ ਨੀਵੀਂ ਮਿਲ ਗਈ, ਕੁੱਤਾ ਬਣ ਗਿਆ, ਸਾਰੀ ਰਾਤ ਭੌਂਕਦਾ, ਤੈਨੂੰ ਮੁਕਤ ਕਰ ਦਈਏ। ਕਹਿਣ ਲੱਗਾ ਨਹੀਂ ਮਹਾਰਾਜ, ਮੁਕਤੀ ਨਹੀਂ ਚਾਹੀਦੀ ਹੈ, ਮੈਂ ਕੁੱਤਾ ਤੇ ਭਾਵੇਂ ਬਣਿਆ ਪਰ ਆਪਣੇ ਘਰ ਦੀ ਰਾਖੀ ਤੇ ਕਰਦਾ ਪਿਆ ਨਾ, ਮੇਰੀਆਂ ਨੌਵਾਂ, ਮੇਰੇ ਪੁੱਤਰ ਇਹ ਸਾਰੇ ਸੌਂ ਜਾਂਦੇ, ਦੁਪਹਿਰ ਵੇਲੇ ਘਰ ਦਾ ਫਿਕਰ ਹੀ ਇਹਨਾਂ ਨੂੰ ਕੋਈ ਨਹੀਂ, ਕੋਈ ਲੁੱਟ ਕੇ ਲਿਜਾ ਸਕਦਾ ਹੈ, ਮੈਂ ਪਹਿਰੇ ਤੇ ਬੈਠਾ ਰਹਿੰਦਾ, ਦਰਵਾਜ਼ੇ ਤੇ ਬੈਠਾ ਭੌਂਕਦਾ ਰਹਿੰਦਾ, ਰਾਤ ਨੂੰ ਮੈਂ ਕੰਧਾਂ ਦੇ ਉੱਪਰ ਚੜ੍ਹਿਆ ਰਹਿੰਦਾ, ਚੋਰ ਨੂੰ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦਾ। ਜੇ ਆਪ ਜੀ ਮੈਨੂੰ ਮੁਕਤ ਕਰੋਗੇ, ਇਹਨਾਂ ਮੇਰੇ ਪੁੱਤਰਾਂ ਨੌਵਾਂ ਦਾ ਘਰ ਚੋਰਾਂ ਨੇ ਲੁੱਟ ਕੇ ਲੈ ਜਾਣਾ, ਮੈਨੂੰ ਮੁਕਤੀ ਨਹੀਂ ਹਾਲੇ ਚਾਹੀਦੀ ਹੈ। ਮੈਂ ਹਾਲੇ ਆਪਣੇ ਘਰ ਦੇ ਵਿੱਚ ਇਹ ਸਾਰੀਆਂ ਪਹਿਰੇਦਾਰੀਆਂ, ਇਹ ਜ਼ਿੰਮੇਵਾਰੀਆਂ ਨਿਭਾਉਣੀਆਂ। ਕਹਿਣ ਲੱਗੇ ਸਮਾਂ ਲੰਘਿਆ ਤੇ ਇਹ ਕੁੱਤੇ ਤੋਂ ਮਰ ਕੇ ਫਿਰ ਸੱਪ ਬਣ ਗਿਆ, ਸੱਪ ਬਣ ਕੇ ਫਿਰ ਉਸੇ ਘਰ ਦੇ ਵਿੱਚ ਆ ਕੇ ਪ੍ਰਾਪਤ ਹੋਇਆ। ਕਹਿਣ ਲੱਗੇ ਇੱਕ ਦਿਨ ਇਹ ਸੱਪ ਬਣਿਆ ਹੋਇਆ ਸ਼ਤੀਰ ਦੇ ਨਾਲ, ਜਿਹੜਾ ਸ਼ਤੀਰ ਹੈ ਨਾ, ਜਿਵੇਂ ਅੱਜ ਗਾਡਰ ਆ ਗਏ, ਅੱਗੇ ਲੈਂਟਰ ਆ ਗਿਆ, ਪਹਿਲਾਂ ਵੱਡੇ ਵੱਡੇ ਸ਼ਤੀਰ, ਵੱਡੀਆਂ ਲੱਕੜਾਂ ਰੱਖ ਕੇ ਕੰਧਾਂ ਦੇ ਉੱਪਰ ਤੇ ਛੱਤ ਪਾਈ ਜਾਂਦੀ, ਉਹ ਸ਼ਤੀਰ ਨੂੰ ਇਹ ਵਲਾਵਾਂ ਮਾਰ ਕੇ ਉਹਦੇ ਵਿੱਚ ਲੁੱਕ ਕੇ ਬੈਠਾ ਹੋਇਆ। ਤੇ ਬੈਠੇ ਇਹਨੂੰ ਕਹਿਣ ਲੱਗੇ ਪੋਤਰਾ ਇਹਦੀ ਨੌਂ ਨੇ, ਪੋਤਰਾ ਜਿਹੜਾ ਸੀ ਉਹ ਭੰਗੂੜੇ ਦੇ ਵਿੱਚ ਲੰਮੇ ਪਾਇਆ ਹੋਇਆ, ਤੇ ਨੌਂ ਬਾਹਰ ਵਿਹੜੇ ਵਿੱਚ ਕੰਮ ਕਰਦੀ ਪਈ ਹੈ। ਪੋਤਰਾ ਕਿਸੇ ਗੱਲੋਂ ਰੋਣ ਲੱਗ ਪਿਆ, ਜਦੋਂ ਰੋਣ ਦੀ ਕੰਨਾਂ ਦੇ ਵਿੱਚ ਆਵਾਜ਼ ਪਈ, ਇਹ ਸੱਪ ਦੇ ਜਿਹੜਾ ਬਜ਼ੁਰਗ ਮਰ ਕੇ ਸੱਪ ਬਣਿਆ, ਮਨ ਦੇ ਵਿੱਚ ਫਿਰ ਮੋਹ ਨੇ ਉਸ ਵੇਲੇ ਖਿੱਚ ਪਾਈ ਹੈ, ਤੇਰਾ ਪੋਤਰਾ ਰੋਂਦਾ ਪਿਆ, ਇਹਨੂੰ ਕੋਈ ਚੁੱਪ ਕਰਾਉਣ ਵਾਲਾ, ਕੋਈ ਵਰਾਉਣ ਵਾਲਾ ਕੋਈ ਨਹੀਂ ਹੈ, ਤੂੰ ਛੱਤ ਵਿੱਚ ਲੁੱਕ ਕੇ ਬੈਠਾ ਹੈ, ਤੈਨੂੰ ਜਾ ਕੇ ਪੰਗੂੜੇ ਨੂੰ ਹਿਲਾ ਕੇ ਇਹਨੂੰ ਝੂਟਾ ਦੇਣਾ ਚਾਹੀਦਾ। ਕਹਿਣ ਲੱਗੇ ਇਹ ਜਿਹੜਾ ਸੱਪ ਬਣਿਆ ਹੋਇਆ ਵਿਅਕਤੀ ਫਿਰ ਥੱਲੇ ਉਤਰਿਆ, ਜਦੋਂ ਥੱਲੇ ਆ ਕੇ ਪੰਗੂੜੇ ਦੇ ਕੋਲ ਆਇਆ ਨਾ, ਆਪਣੇ ਵੱਲੋਂ ਤੇ ਝੂਟਾ ਦੇਣ ਆਇਆ, ਪੋਤਰੇ ਨੂੰ ਚੁੱਪ ਕਰਾਉਣ ਆਇਆ। ਇਹਨੇ ਚਿਰ ਨੂੰ ਨੌਂ ਨੇ ਵੇਖ ਲਿਆ ਵੀ ਇਹ ਸੱਪ ਤੇ ਮੇਰੇ ਪੁੱਤਰ ਨੂੰ ਡੰਗਣ ਵਾਸਤੇ ਆ ਗਿਆ, ਉਹਨੇ ਰੌਲਾ ਪਾਇਆ, ਛੇਤੀ ਨਾਲ ਡਾਂਗਾ ਡੰਡੇ ਲੈ ਕੇ ਆਏ, ਸੱਪ ਨੂੰ ਮਾਰ ਦਿੱਤਾ, ਮਰਿਆ। ਮਰ ਕੇ ਫਿਰ ਨਿੱਕਾ ਜਿਹਾ ਕੀੜਾ ਬਣ ਗਿਆ, ਕੀੜਾ ਬਣ ਕੇ ਫਿਰ ਉਸੇ ਘਰ ਦੀ ਨਾਲੀ ਵਿੱਚ ਆ ਕੇ ਬੈਠਾ। ਤੇ ਜਦੋਂ ਫਿਰ ਅਗਲੀ ਵਾਰੀ ਇਹ ਜਨਮ ਪ੍ਰਾਪਤ ਹੋਇਆ ਤੇ ਇਸ ਨੂੰ ਪੁੱਛਿਆ, ਕਹਿਣ ਲੱਗੇ ਵੀ ਹੁਣ ਦੱਸ, ਅਜੇ ਵੀ ਕੋਈ ਰਹਿੰਦਾ ਜਨਮ ਭੁਗਤਣ ਵਾਲਾ? ਸੱਪ ਵੀ ਬਣਿਆ, ਕੁੱਤਾ ਬਣਿਆ, ਬਲਦ ਬਣਿਆ, ਕਈ ਕੁਝ ਬਣਿਆ, ਹੁਣ ਕੀੜਾ ਬਣ ਗਿਆ, ਨਿੱਕਾ ਜਿਹਾ ਗੰਦੀ ਨਾਲੀ ਵਿੱਚ ਆ ਕੇ ਨਿਵਾਸ ਕਰਦਾ ਪਿਆ, ਹਾਲੇ ਵੀ ਕੋਈ ਇੱਛਾ ਹੈ ਹੋਰ ਜਨਮ ਲੈਣ ਦੀ ਕਿ ਜਾਂ ਹੁਣ ਮੋਹ ਖਤਮ ਹੋ ਗਿਆ, ਹੁਣ ਇੱਥੋਂ ਨਿਕਲਣਾ ਚਾਹੁੰਦਾ? ਫਿਰ ਤਰਲਾ ਪਾ ਕੇ ਕਹਿੰਦਾ ਨਹੀਂ, ਮੈਨੂੰ ਇੱਥੋਂ ਕੱਢ ਲਵੋ, ਹੁਣ ਮੈਂ ਤੇ ਬੜਾ ਮੋਹ ਕੀਤਾ ਹੈ, ਪਰ ਇਹ ਮੋਹ ਮੈਨੂੰ ਜਨਮਾਂ ਵਿੱਚ ਲੈ ਕੇ ਆ ਗਿਆ। ਹੁਣ ਕਈ ਵਾਰੀ ਕੀ ਸਵਾਲ ਪੈਦਾ ਹੁੰਦਾ ਸਾਡੇ ਮਨ ਵਿੱਚ, ਕਈ ਲੋਕ ਸਵਾਲ ਵੀ ਕਰ ਦਿੰਦੇ ਕਿ ਉਹ ਵਾਰ-ਵਾਰ ਜਨਮਾਂ ਵਿੱਚ ਕਿਵੇਂ ਆਉਂਦਾ ਔਰ ਸਤਿਗੁਰੂ ਉਹਨੂੰ ਵਾਰ-ਵਾਰ ਕਿਉਂ ਮਿਲਦੇ, ਇਹ ਕਈ ਵਾਰੀ ਕੋਈ ਸਵਾਲ ਵੀ ਕਰ ਦਿੰਦਾ। ਇਹ ਜਿਹੜੀਆਂ ਸਾਖੀਆਂ ਨੇ ਨਾ, ਇਹ ਸਮਝਾਉਣ ਵਾਸਤੇ ਨੇ ਕਿ ਬੰਦਾ ਇੰਨਾ ਮੋਹ ਕਰਦਾ ਹੈ, ਭਾਵੇਂ ਉਹਨੂੰ ਕੋਈ ਵੀ ਜਨਮ ਲੈਣਾ ਪਵੇ, ਕੁੱਤਾ ਬਣਨਾ ਪਵੇ, ਬਲਦ ਬਣਨਾ ਪਵੇ, ਉਹ ਮੋਹ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ। ਇਹੋ ਜਿਹਾ ਮੋਹ ਪਰਿਵਾਰ ਦਾ, ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ, ਪੁੱਤ ਪੋਤਰਿਆਂ ਦਾ ਮਨ ਵਿੱਚ ਪੈਦਾ ਹੋ ਜਾਂਦਾ ਹੈ। ਇਹ ਮੋਹ ਅੱਗੇ ਕਈ ਜਨਮਾਂ ਵਿੱਚ ਲੈ ਆਉਂਦਾ ਪਰ ਸੰਸਾਰ ਤੋਂ ਮੁਕਤ ਨਹੀਂ ਹੋਣ ਦਿੰਦਾ।
ਇਹ ਫਿਰ ਮਹਾਤਮਾ ਲੋਕਾਂ ਨੇ ਸਾਖੀ ਬਣਾਈ, ਸਿੱਖਿਆ ਬਣਾਈ ਸਾਨੂੰ ਦੱਸਣ ਵਾਸਤੇ ਵੀ ਇਸ ਤਰ੍ਹਾਂ ਇਹ ਬੰਦਾ ਜਿਹੜਾ ਨਾ ਅੱਗੇ ਤੋਂ ਅੱਗੇ ਮੋਹ ਦੇ ਵਿੱਚ ਤੁਰਿਆ ਜਾਂਦਾ ਹੈ ਤੇ ਮੋਹ ਇਸ ਨੂੰ ਛੱਡਦਾ ਨਹੀਂ, ਮੋਹ ਕਰਕੇ ਜਨਮਾਂ ਵਿੱਚ ਤੁਰਿਆ ਆਉਂਦਾ। ਸੋ ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਅਗਿਆਨ ਤਿਮਰ, ਮੋਹ ਤਾਂ ਆਉਂਦਾ ਹੈ ਕਿਉਂਕਿ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਤੇਰੇ ਅੰਦਰ ਗੁਰੂ ਦਾ ਗਿਆਨ ਨਹੀਂ। ਜੇ ਤੇਰੇ ਅੰਦਰ ਗਿਆਨ ਹੁੰਦਾ ਨਾ ਫਿਰ ਤੂੰ ਪਰਿਵਾਰ ਦਾ ਸੰਸਾਰ ਦਾ ਮੋਹ ਨਾ ਕਰਦਾ, ਤੂੰ ਪ੍ਰਮਾਤਮਾ ਤੇ ਡੋਰੀ ਸੁੱਟ ਦਿੰਦਾ ਵੀ ਪ੍ਰਮਾਤਮਾ ਜੋ ਕਰੇਗਾ ਭਲਾ ਕਰੇਗਾ, ਚੰਗਾ ਕਰੇਗਾ। ਪਰ ਇਹ ਗਿਆਨ ਤਾਂ ਹੋਣਾ ਸੀ ਜੇ ਗੁਰੂ ਦੇ ਬਚਨ ਸੁਣਦਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹ ਸਤਿਗੁਰਾਂ ਦੀ ਗੁਰਬਾਣੀ ਦੇ ਬਚਨ ਜਦੋਂ ਗੁਰੂ ਪਾਤਸ਼ਾਹ ਗਿਆਨ ਦਾ ਸੁਰਮਾ ਬਖਸ਼ਿਸ਼ ਕਰਦੇ ਤਾਂ ਅਗਿਆਨਤਾ ਖਤਮ ਹੁੰਦੀ ਹੈ। ਪਰ ਮਹਾਰਾਜ ਕਹਿਣ ਲੱਗੇ ਅਗਿਆਨਤਾ ਨੂੰ ਖਤਮ ਕਰਨ ਵਾਸਤੇ ਸਾਧੂ ਦਾ ਮਿਲਣਾ ਜ਼ਰੂਰੀ ਹੈ। ਜਿੰਨਾ ਚਿਰ ਸਾਧੂ ਨਹੀਂ ਨਾ ਮਿਲਦਾ, ਪਹੁੰਚੀ ਹੋਈ ਕੋਈ ਆਤਮਾ ਪਰਮਾਤਮਾ ਦੇ ਦਰ ਤੇ ਪਹੁੰਚਿਆ ਹੋਇਆ ਕੋਈ ਰੱਬ ਦਾ ਭਗਤ ਨਹੀਂ ਨਾ ਮਿਲਦਾ, ਉਹਨਾਂ ਚਿਰ ਭਾਈ ਇਹ ਗਿਆਨ ਦਾ ਸੁਰਮਾ ਵੀ ਨਹੀਂ ਜੇ ਪ੍ਰਾਪਤ ਹੁੰਦਾ। ਤੇ ਪਰਮਾਤਮਾ ਦੇ ਦਰ ਤੇ ਪਹੁੰਚੇ ਹੋਏ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਖੁਦ ਪਰਮਾਤਮਾ ਨੇ ਉਹਨਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸਾਨੂੰ ਉਪਦੇਸ਼ ਕਰਦੀ ਪਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰ ਕਿਰਪਾ ਤੇ ਸੰਤ ਭੇਟਿਆ, ਇਹ ਪਰਮਾਤਮਾ ਨੇ ਕਿਰਪਾ ਕੀਤੀ ਹੈ ਜੋ ਸੰਤ ਸਰੂਪ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪ੍ਰਾਪਤ ਹੋ ਗਏ। ਇਹਨਾਂ ਦੀ ਬਾਣੀ ਆਪਾਂ ਸੁਣਦੇ ਪਏ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹ ਗੁਰੂ ਸਾਨੂੰ ਸ਼ਬਦਾਂ ਦੇ ਰਾਹੀਂ ਸਾਡੇ ਅੰਦਰ ਪ੍ਰਕਾਸ਼ ਕਰਦਾ ਪਿਆ, ਸਾਨੂੰ ਸੋਝੀ ਦਿੰਦਾ ਪਿਆ ਹੈ ਕਿ ਗੁਰਮੁਖਾ ਅਗਿਆਨ ਕਰਕੇ ਜਾਂ ਮੋਹ ਕਰਕੇ ਇਸ ਤਰ੍ਹਾਂ ਜਨਮ ਪ੍ਰਾਪਤ ਹੋ ਜਾਂਦੇ, ਤੈਨੂੰ ਇਹ ਮੋਹ ਛੱਡਣਾ ਪਵੇਗਾ, ਮੋਹ ਨੂੰ ਪਰੇ ਕਰਨਾ ਪਵੇਗਾ, ਇਹ ਤਾਂ ਤੈਨੂੰ ਦਾਤ ਪ੍ਰਾਪਤ ਹੋਣੀ ਹੈ। ਐਸੀਆਂ ਦਾਤਾਂ ਮਹਾਰਾਜ ਗੁਰਬਾਣੀ ਵਿੱਚੋਂ ਬਖਸ਼ਿਸ਼ ਕਰਦੇ। ਮਹਾ ਮੋਹ ਅਗਿਆਨ ਤਿਮਰ, ਮੋਹ ਮਨ ਰਹਿਓ ਉਰਝਾਈ। ਇਹ ਮੇਰਾ ਮਨ ਫਸਿਆ ਹੋਇਆ ਹੈ, ਨਿਕਲ ਹੀ ਨਹੀਂ ਪਾ ਰਿਹਾ। ਪਹਿਲਾ ਬਚਨ ਇਹ ਸੀ ਮਹਾਰਾਜ ਜੀਆਂ ਦਾ ਕਿ ਮੈਂ ਰੱਬ ਨੂੰ ਕਿਵੇਂ ਜਾਣਾ, ਪਰਮਾਤਮਾ ਨੂੰ ਕਿਵੇਂ ਜਾਣਾ। ਪਰਮਾਤਮਾ ਨੂੰ ਨਹੀਂ ਜਾਣਿਆ ਜਾ ਰਿਹਾ, ਉਹਦਾ ਕਾਰਨ ਇਹ ਹੈ ਵੀ ਮੇਰਾ ਮਨ ਜਿਹੜਾ ਹੈ ਨਾ ਉਹ ਮੋਹ ਵਿੱਚ ਫਸਿਆ ਹੋਇਆ, ਤੇ ਮੋਹ ਹੋਣ ਕਰਕੇ ਰੱਬ ਨਹੀਂ ਮਿਲੇਗਾ, ਅਗਿਆਨ ਹੋਣ ਕਰਕੇ ਰੱਬ ਪਰਮਾਤਮਾ ਨਹੀਂ ਮਿਲੇਗਾ। ਇਹ ਸਾਡੇ ਅੰਦਰ ਅਵਗੁਣ ਨੇ, ਪਹਿਲਾਂ ਇਹਨਾਂ ਅਵਗੁਣਾਂ ਨੂੰ ਛੱਡਣਾ ਪਵੇਗਾ। ਮੋਹ ਨੂੰ ਪਰੇ ਕਰ, ਅਗਿਆਨਤਾ ਨੂੰ ਪਰੇ ਕਰ, ਫਿਰ ਤੂੰ ਗੁਸਾਈ ਨੂੰ ਜਾਣ ਸਕਦਾ। ਜਿੰਨਾ ਚਿਰ ਤੇਰੇ ਅੰਦਰ ਇਹ ਦੋ ਅਵਗੁਣ ਬੈਠੇ ਹੋਏ ਉਹਨਾਂ ਚਿਰ ਨਹੀਂ ਜਾਣਿਆ ਜਾਵੇਗਾ। ਜਿਵੇਂ ਹੁਣੇ ਆਪਾਂ ਸਾਖੀ ਸਰਵਣ ਕੀਤੀ ਹੈ, ਮੋਹ ਦੇ ਕਰਕੇ ਬਲਦ ਬਣਿਆ, ਮੋਹ ਕਰਕੇ ਕੁੱਤਾ ਬਣਿਆ। ਇਹ ਘਰ ਨੂੰ ਨਹੀਂ ਛੱਡਣਾ, ਮੈਂ ਇਸ ਘਰ ਦੀ ਰਾਖੀ ਕਰਨੀ ਹੈ, ਮੈਂ ਇਸ ਘਰ ਵਾਸਤੇ ਕੰਮ ਕਰਨੇ ਨੇ। ਇਹ ਮੋਹ ਕਰਕੇ ਕੀਤਾ ਨਾ ਸਾਰਾ ਕੁਝ। ਮੁਕਤੀ ਨਹੀਂ ਮਿਲੀ ਸਗੋਂ ਜਨਮ ਮਿਲ ਗਿਆ। ਇਸੇ ਤਰ੍ਹਾਂ ਜੇ ਮੋਹ ਕਰਕੇ ਬੈਠਾ ਰਵੇਂਗਾ ਪਰਿਵਾਰ ਦਾ, ਮੁਕਤੀ ਨਹੀਂ ਮਿਲਣੀ, ਸਗੋਂ ਪਰਿਵਾਰ ਦੇ ਮੈਂਬਰਾਂ ਨੂੰ ਦੁਖੀ ਕਰਨ ਵਾਸਤੇ ਵਾਰ-ਵਾਰ ਉਹਨਾਂ ਨੂੰ ਦਿਖਾਈ ਦੇਵੇਂਗਾ। ਪਾਤਸ਼ਾਹ ਕਹਿਣ ਲੱਗੇ ਮੋਹ ਛੱਡ, ਜਿੰਨਾ ਚਿਰ ਮੋਹ ਨਹੀਂ ਛੱਡਦਾ ਉਹਨਾਂ ਚਿਰ ਪਰਮਾਤਮਾ ਨਹੀਂ ਜਾਣਿਆ ਜਾਂਦਾ ਹੈ। ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਸਾਰਾ ਜਨਮ ਜਦੋਂ ਜੰਮਿਆ ਨਾ ਮਾਤਾ ਦੇ ਪੇਟ ਤੋਂ, ਤੇ ਜਿੰਨਾ ਚਿਰ ਮਰਿਆ ਨਹੀਂ ਉਹਨਾਂ ਚਿਰ ਸਾਰੀ ਉਮਰ ਭਰਮ ਦੇ ਵਿੱਚ ਹੀ ਲੱਗਾ ਰਿਹਾ। ਕਦੇ ਇਧਰੋਂ ਭਰਮ ਪੈ ਗਿਆ, ਇੱਕ ਭਰਮ ਚੋਂ ਨਿਕਲਿਆ ਤੇ ਦੂਜਾ ਪੈ ਗਿਆ, ਦੂਜੇ ਭਰਮ ਚੋਂ ਨਿਕਲਿਆ ਤੀਜਾ ਪੈ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰਬਾਣੀ ਵਿੱਚ ਸਾਨੂੰ ਭਰਮ ਤੋਂ ਪਰੇ ਹੋਣ ਦੇ ਬੜੇ ਬੜੇ ਰਸਤੇ ਦੱਸ ਦਿੱਤੇ। ਬੜੀਆਂ ਬੜੀਆਂ ਇਹ ਸਾਨੂੰ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਆ ਵੀ ਕੰਮ ਭਰਮ ਵਾਲਾ ਹੈ, ਆ ਵੀ ਕਰਮ ਪਖੰਡ ਵਾਲਾ ਹੈ, ਇਹਨਾਂ ਭਰਮਾਂ ਕਰਮਾਂ ਦੇ ਵਿੱਚ ਨਾ ਪੈ, ਇਥੋਂ ਗਿਆਨ ਦੀ ਪ੍ਰਾਪਤੀ ਕਰ। ਇੱਕ ਸਿੱਖ ਮਤ ਇਹੋ ਜਿਹਾ ਹੈ, ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸਿੱਖਿਆ ਇਹੋ ਜਿਹੀ ਹੈ ਜਿਹੜੀ ਅਗਿਆਨਤਾ ਦਾ ਮਨਮੁਖਤਾਈ ਦਾ ਖੰਡਨ ਕਰਦੀ ਹੈ, ਗਿਆਨ ਦਾ ਪ੍ਰਕਾਸ਼ ਮਹਾਰਾਜ ਹਿਰਦੇ ਵਿੱਚ ਕਰਦੇ। ਇਹ ਸਾਰੀਆਂ ਗਿਆਨ ਦੇ ਬਚਨ ਗੁਰੂ ਕੋਲੋਂ ਪ੍ਰਾਪਤ ਹੁੰਦੇ, ਨਹੀਂ ਤੇ ਸਾਰੇ ਜਨਮ ਭਰਮ ਦੇ ਵਿੱਚ ਹੀ ਲੰਘ ਜਾਂਦੇ ਤੇ ਭਰਮ ਮੁੱਕਦਾ ਨਹੀਂ ਹੈ। ਇਹ ਇਕੱਲਾ ਭਰਮ ਬੰਦੇ ਨੂੰ ਨਹੀਂ ਪਿਆ ਹੋਇਆ। ਮਹਾਰਾਜ ਕਹਿਣ ਲੱਗੇ ਭਰਮੇ ਸੁਰ ਨਰ ਦੇਵੀ ਦੇਵਾ। ਭਾਵੇਂ ਕੋਈ ਦੇਵੀ ਹੈ, ਦੇਵਤਾ ਹੈ, ਇਸੇ ਤਰ੍ਹਾਂ ਭਾਵੇਂ ਕੋਈ ਰਾਜਾ ਮਹਾਰਾਜਾ ਹੈ, ਭਰਮ ਤੇ ਸਾਰਿਆਂ ਦੇ ਮਨ ਵਿੱਚ ਹੀ ਹੈ। ਤੇ ਇਹ ਭਰਮ ਨਿਕਲਦਾ ਨਹੀਂ। ਇਹ ਨਿਕਲਦਾ ਉਦੋਂ ਹੈ ਜਦੋਂ ਗੁਰੂ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਤਾਂ ਭਰਮ ਤੋਂ ਮੁਕਤ ਹੋਇਆ ਜਾ ਸਕਦਾ ਹੈ। ਨਹੀਂ ਤੇ ਇਸ ਭਰਮ ਨੇ ਤੇ ਵੱਡੇ ਵੱਡੇ ਕਹਿਣ ਵਾਲੇ ਜਿਹੜੇ ਪੈਗੰਬਰ ਸਨ
ਉਹਨਾਂ ਨੂੰ ਵੀ ਭੁਲਾ ਦਿੱਤਾ। ਐਸਾ ਇਹ ਭਰਮ ਭੁਲੇਖਾ ਪੈ ਜਾਂਦਾ ਹੈ ਜਿਹੜਾ ਜਨਮਾਂ ਵਿੱਚ ਆ ਕੇ ਲੈ ਆਉਂਦਾ ਮਨੁੱਖ ਦੇ ਮਨ ਵਿੱਚ ਵੀ ਮੈਂ ਵੱਡਾ। ਭਰਮ ਕੀ ਹੁੰਦਾ? ਮੇਰੇ ਵਰਗਾ ਕੋਈ ਨਹੀਂ ਹੈ। ਇੱਕ ਨਿੱਕੀ ਜੀ ਸਾਖੀ ਕਹਿਣ ਲੱਗੇ, ਦੇਵਤਿਆਂ ਦੇ ਵਿੱਚੋਂ ਨਾਰਦ ਮੁਨੀ ਨੇ ਬੜਾ ਤਪ ਕੀਤਾ। ਤਪ ਕਰਦਿਆਂ ਹੋਇਆਂ ਬੜੀ ਵੱਡੀ ਅਵਸਥਾ ਨੂੰ ਪ੍ਰਾਪਤ ਹੋਇਆ। ਜਦੋਂ ਤਪ ਕਰਦਾ ਪਿਆ, ਕਾਮਦੇਵ ਆ ਗਿਆ ਡਲਾਉਣ ਵਾਸਤੇ। ਕਾਮ ਦਾ ਦੇਵਤਾ ਰੂਪ ਬਦਲ ਕੇ ਡਲਾਉਣ ਵਾਸਤੇ ਆ ਗਿਆ ਵੀ ਇਹਦਾ ਤਪ ਨੂੰ ਮੈਂ ਪਰਖ ਕਰਾਂ ਵੀ ਇਹ ਕਿੰਨਾ ਕੁ ਤਪ ਅੰਦਰੋਂ ਕਰਦਾ ਪਿਆ। ਡਲਾਉਣ ਵਾਸਤੇ ਆ ਗਿਆ ਤੇ ਕਹਿਣ ਲੱਗੇ, ਜਦੋਂ ਕਾਮਦੇਵ ਨੇ ਆਪਣੇ ਸਾਰੇ ਦਾ ਖੇਡੇ ਨਾ, ਪਰ ਨਾਰਦ ਮੁਨੀ ਨੂੰ ਡਲਾ ਨਹੀਂ ਸਕਿਆ ਉਹ। ਤੇ ਜਦੋਂ ਨਹੀਂ ਨਾ ਡਲਾਇਆ ਤੇ ਫਿਰ ਕਾਮਦੇਵ ਨੂੰ ਕਹਿਣਾ ਪਿਆ। ਕਹਿਣ ਲੱਗਾ, ਨਾਰਦ ਮੁਨੀ ਜੀ ਮੇਰੇ ਅੱਗੇ ਜਿੱਤਿਆ ਕੋਈ ਨਹੀਂ। ਮੈਂ ਵੱਡੇ ਵੱਡੇ ਦੇਵਤੇ ਉਹਨਾਂ ਨੂੰ ਵੀ ਕਾਮ ਦੇ ਵਿੱਚ ਉਲਝਾ ਦਿੱਤਾ, ਪਰ ਇੱਕ ਤੁਸੀਂ ਇਹੋ ਜਿਹੇ ਹੋ ਜਿਨ੍ਹਾਂ ਨੂੰ ਮੈਂ ਉਲਝਾ ਨਹੀਂ ਸਕਿਆ, ਆਪਣੀ ਗ੍ਰਿਫਤ ਵਿੱਚ ਨਹੀਂ ਲੈ ਸਕਿਆ। ਇੰਨੀ ਗੱਲ ਕਹਿ ਕੇ ਕਾਮਦੇਵ ਤੇ ਚਲਾ ਗਿਆ। ਪਰ ਨਾਰਦ ਦੇ ਮਨ ਵਿੱਚ ਉਹ ਭਰਮ ਪੈਦਾ ਹੋ ਗਿਆ ਨਾ, ਭਰਮ ਦੀ ਗੱਲ ਕਰਦੇ ਪਏ। ਮਨ ਵਿੱਚ ਹਉਮੈ ਆ ਗਈ ਵੀ ਅੱਛਾ ਮੈਂ ਐਡਾ ਵੱਡਾ, ਮੇਰਾ ਇੰਨਾ ਤਪ, ਮੇਰਾ ਐਡਾ ਉੱਚਾ ਜੀਵਨ ਬਣ ਗਿਆ ਵੀ ਵੱਡੇ ਵੱਡੇ ਦੇਵਤੇ ਡੋਲੇ ਪਰ ਮੈਂ ਨਹੀਂ ਡੋਲਿਆ। ਇਹਦਾ ਮਤਲਬ ਇਹ ਹੋਇਆ ਵੀ ਮੇਰੇ ਵਰਗਾ ਕੋਈ ਨਹੀਂ ਹੈ। ਇਹ ਭਰਮ ਪੈਦਾ ਹੋ ਗਿਆ। ਤੇ ਕਹਿਣ ਲੱਗੇ, ਉਸ ਵੇਲੇ ਜਦੋਂ ਭਰਮ ਪੈਦਾ ਹੋਵੇ ਨਾ, ਫਿਰ ਭਰਮ ਭੁਲੇਖਾ ਕੱਢਿਆ ਵੀ ਜਾਂਦਾ ਹੈ ਨਾ। ਤੁਰਿਆ ਜਾਂਦਾ ਰਸਤੇ ਦੇ ਵਿੱਚ ਤੇ ਭਗਵਾਨ ਨੇ ਫਿਰ ਇਹਦੀ ਪਰਖ ਕੀਤੀ। ਸਾਖੀ ਬੜੀ ਲੰਮੀ ਹੈ, ਆਪਾਂ ਥੋੜੀ ਜੀ ਸਰਵਣ ਕਰ ਰਹੇ ਹਾਂ। ਇਹਦੀ ਪਰਖ ਕਰਨ ਵਾਸਤੇ ਇੱਕ ਰਾਜਾ ਬਣਾ ਦਿੱਤਾ, ਰਾਜੇ ਦੀ ਇੱਕ ਧੀ ਬਣਾ ਦਿੱਤੀ। ਧੀ ਦੇ ਕਰਮਾਂ ਦੇ ਵਿੱਚ ਹਰੀ ਦਾ ਸੰਯੋਗ ਲਿਖ ਦਿੱਤਾ। ਜਦੋਂ ਤੁਰਿਆ ਜਾਂਦਾ ਤੇ ਉਹ ਰਾਜਾ ਮਿਲ ਗਿਆ ਰਸਤੇ ਵਿੱਚ। ਕਹਿਣ ਲੱਗਾ, ਨਾਰਦ ਜੀ ਮੇਰੀ ਲੜਕੀ ਦਾ ਇਹ ਕਰਮ ਵੇਖੋ ਵੀ ਕਿਹੋ ਜਿਹਾ ਹੈ, ਇਹਨੂੰ ਕਿਹੋ ਜਿਹਾ ਵਰ ਮਿਲੇਗਾ। ਤੇ ਜਦੋਂ ਨਾਰਦ ਨੇ ਜਾ ਕੇ ਵੇਖਿਆ ਤੇ ਕਹਿਣ ਲੱਗਾ, ਤੇਰੀ ਲੜਕੀ ਦਾ ਸੰਯੋਗ ਤੇ ਹਰੀ ਦੇ ਨਾਲ ਹੈ, ਭਗਵਾਨ ਦੇ ਨਾਲ ਹੈ। ਪਰ ਮਨ ਵਿੱਚ ਆ ਗਿਆ ਵੀ ਜੇ ਮੈਂ ਭਗਵਾਨ ਬਣ ਜਾਵਾਂ, ਇਹਦਾ ਵਿਆਹ ਮੇਰੇ ਨਾਲ ਹੀ ਹੋ ਜਾਵੇ। ਹੁਣੇ ਕਾਮਦੇਵ ਨੂੰ ਜਿੱਤਿਆ, ਪਰ ਮਨ ਵਿੱਚ ਵਿਚਾਰ ਫਿਰ ਆ ਗਈ ਵੀ ਜੇ ਮੈਂ ਜਿੱਤ ਲਵਾਂ ਤੇ ਪ੍ਰਾਪਤੀ ਮੈਨੂੰ ਹੋ ਸਕਦੀ ਹੈ। ਤੇ ਕਹਿਣ ਲੱਗੇ, ਫਿਰ ਹਰੀ ਦਾ ਮੂੰਹ ਲੈਣ ਵਾਸਤੇ ਭਗਵਾਨ ਦੇ ਦਰਬਾਰ ਤੇ ਜਾ ਕੇ ਤਰਲੇ ਕੱਢੇ, ਜੀ ਮੈਨੂੰ ਹਰੀ ਦਾ ਸਰੂਪ ਦੇ ਦਿਓ, ਹਰੀ ਦਾ ਸਰੂਪ ਵੀ ਆਪਣਾ ਸਰੂਪ ਮੈਨੂੰ ਦੇ ਦਿਓ, ਮੇਰੇ ਤੇ ਕਿਰਪਾ ਕਰੋ। ਤੇ ਕਹਿਣ ਲੱਗੇ, ਉਹਨਾਂ ਨੇ ਕਿਹਾ ਚੱਲ ਹਰੀ ਦਾ ਸਰੂਪ ਮੰਗਿਆ ਤੇ ਮਿਲ ਜਾਏਗਾ। ਮਿਲਿਆ ਕੀ? ਬਾਂਦਰ ਦਾ ਰੂਪ ਮਿਲ ਗਿਆ, ਕਿਉਂਕਿ ਹਰ ਨਾਮ ਬਾਂਦਰ ਦਾ ਵੀ ਹੈ ਨਾ। ਬਾਂਦਰ ਦਾ ਮੂੰਹ ਲੱਗ ਗਿਆ ਤੇ ਫਿਰ ਬੜੀ ਹਾਸੀ ਹੋਈ, ਬੜੀ ਮਖੌਲ ਹੋਏ, ਬੜੇ ਲੋਕ ਹੱਸੇ। ਏਡਾ ਵੱਡਾ ਦੇਵਤਾ ਏਡੇ ਵੱਡੇ ਭਰਮ ਦੇ ਵਿੱਚ ਪੈ ਗਿਆ। ਇਹਨੂੰ ਕਹਿੰਦੇ ਭਰਮ। ਮੇਰੇ ਵਰਗਾ ਹੈ ਕੋਈ ਨਹੀਂ, ਜੋ ਮੈਂ ਕਰ ਸਕਦਾ ਉਹ ਕੋਈ ਕਰ ਨਹੀਂ ਸਕਦਾ। ਇਹ ਹੈ ਭਰਮ ਪੈ ਜਾਣਾ। ਏਡੇ ਵੱਡੇ ਦੇਵਤੇ ਨੂੰ ਜਿਹਨੂੰ ਕਾਮਦੇਵ ਨਹੀਂ ਜਿੱਤ ਸਕਿਆ, ਉਹਦੇ ਮਨ ਵਿੱਚ ਭਰਮ ਪੈ ਗਿਆ ਤੇ ਭਰਮ ਦੇ ਵਿੱਚ ਫਿਰ ਉਸ ਦੀ ਬਹੁਤ ਜ਼ਿਆਦਾ ਨਿਰਾਦਰੀ ਹੋ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਗਲ ਜਨਮ ਭਰਮ ਹੀ ਭਰਮ ਖੋਇਓ। ਅਸੀਂ ਤੇ ਇਹੋ ਜਿਹੇ ਹਾਂ, ਸਾਡੇ ਮਨ ਵਿੱਚੋਂ ਵੀ ਭਰਮ ਖਤਮ ਨਹੀਂ ਹੁੰਦਾ। ਸਾਡੇ ਮਨ ਵਿੱਚ ਇਹ ਹੁੰਦਾ ਵੀ ਜੋ ਮੈਂ ਕਰ ਸਕਦਾ ਉਹੀ ਹੋ ਸਕਦਾ, ਮੇਰੇ ਬਿਨਾਂ ਤੇ ਕੋਈ ਕੰਮ ਹੋ ਹੀ ਨਹੀਂ ਸਕਦਾ। ਜੋ ਮੈਂ ਕਰ ਸਕਦਾ ਉਹੀ ਹੋ ਸਕਦਾ। ਸਤਿਗੁਰੂ ਕਹਿੰਦੇ ਸਾਰਾ ਜਨਮ ਭਰਮ ਦੇ ਵਿੱਚ, ਮੇਰੇ ਵਰਗਾ ਹੈ ਕੋਈ ਨਹੀਂ, ਮੇਰੇ ਵਰਗਾ ਕੰਮ ਕੋਈ ਨਹੀਂ, ਮੇਰੇ ਵਰਗੀ ਸਿਆਣਪ ਕੋਈ ਨਹੀਂ। ਇਹ ਸਾਰਾ ਜਨਮ ਇਸੇ ਭਰਮ ਦੇ ਵਿੱਚ ਗਵਾ ਦਿੱਤਾ, ਪਰ ਪ੍ਰਾਪਤੀ ਕੁਝ ਨਹੀਂ ਹੋਈ ਹੈ। ਇਹ ਭਰਮ ਨੂੰ ਦੂਰ ਕਰਨ ਵਾਸਤੇ ਨਾਰਦ ਦਾ ਇਤਿਹਾਸ ਪੜ੍ਹ ਏਡੇ ਵੱਡੇ ਰਿਖੀ ਨੂੰ ਭਰਮ ਦੇ ਵਿੱਚ ਪੈਣਾ ਪੈ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰੱਬ ਤਾਂ ਨਹੀਂ ਜਾਣਿਆ ਜਾਂਦਾ ਕਿਉਂਕਿ ਅਸੀਂ ਭਰਮ ਦੇ ਵਿੱਚ ਸਾਰਾ ਜਨਮ ਆਪਣਾ ਗਵਾ ਦਿੰਦੇ ਹਾਂ। ਨਹਿ ਅਸਥਿਰ ਮਤ ਪਾਈ, ਅਸਥਿਰ ਮਤ ਨਹੀਂ ਪਾਈ, ਟਿਕੀ ਹੋਈ ਮਤ, ਆਤਮ ਵਿਸ਼ੈਣੀ ਬੁੱਧੀ ਨਹੀਂ ਪਾਈ, ਗੁਰੂ ਵਾਲੀ ਮਤ ਨਹੀਂ ਲਈ। ਗੁਰ ਕੀ ਮਾਤੂ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਮਤ ਗੁਰੂ ਦੇ ਕੋਲੋਂ ਨਹੀਂ ਆ ਕੇ ਲਈ, ਆਪਣੀ ਮਤ ਦੇ ਵਿੱਚ ਹੀ ਟਿਕੇ ਰਹਿ ਤੇ ਸਾਡੀ ਮਤ ਫਿਰ ਸਾਨੂੰ ਟਿਕਣ ਨਹੀਂ ਦਿੰਦੀ ਹੈ। ਵੇਖਿਆ ਸਕਤ ਰਿਓ ਨਿਸ ਬਾਸੁਰ। ਹੋਰ ਕੀ ਕੀਤਾ ਹੈ? ਨਿਸ ਬਾਸਰ। ਨਿਸ ਨਾਮ ਗੁਰਮੁਖੋਂ ਰਾਤ ਦਾ ਹੈ ਤੇ ਬਾਸੁਰ ਨਾਮ ਦਿਨ ਦਾ ਹੈ। ਦਿਨੇ ਰਾਤ ਵਿਖਿਆਂ ਦੇ ਵਿੱਚ ਖੱਚਤ ਰਿਹਾ, ਵਕਾਰਾਂ ਦੇ ਵਿੱਚ ਡੁੱਬਿਆ ਰਿਹਾ। ਇਹ ਨਹੀਂ ਵੀ ਦਿਨੇ ਜਾਗਦਾ, ਸੜਕ ਤੇ ਤੁਰਦਾ, ਗਲੀ ਬਾਜ਼ਾਰ ਜਾਂਦਾ ਤੇ ਦੂਜਿਆਂ ਨੂੰ ਵੇਖ ਕੇ ਮਨ ਵਿੱਚ ਵਕਾਰ ਆਉਂਦੇ ਨੇ। ਦਿਨੇ ਤੇ ਵਕਾਰ ਆਉਂਦੇ ਹੀ ਨੇ, ਰਾਤ ਨੂੰ ਸੁੱਤਿਆਂ ਹੋਇਆਂ ਵੀ ਉਹੀ ਸੁਪਨੇ ਲੈਂਦਾ, ਮੰਜੇ ਤੇ ਪਿਆ ਹੋਇਆ ਵੀ ਉਹੀ ਵਿਚਾਰਾਂ ਚੱਲਦੀਆਂ।
ਦਿਮਾਗ ਦੇ ਵਿੱਚ ਉਹੋ ਜਿਹੇ ਫੁਰਨੇ ਆਉਂਦੇ ਪਏ। ਮਹਾਰਾਜ ਕਹਿਣ ਲੱਗੇ ਬੁੱਧੀ ਇਹੋ ਜਿਹੀ ਹੋ ਗਈ ਹੈ, ਸੋਚ ਇਹੋ ਜਿਹੀ ਹੋ ਗਈ ਹੈ, ਦਿਨੇ ਵੀ ਵਿਕਾਰਾਂ ਨੂੰ ਸੋਚਦਾ ਹੈ, ਰਾਤ ਨੂੰ ਵੀ ਵਿਕਾਰਾਂ ਨੂੰ ਸੋਚਦਾ ਹੈ, ਦਿਨੇ ਵੀ ਵਿਕਾਰਾਂ ਵੱਲ ਵੇਖਦਾ ਹੈ, ਰਾਤ ਨੂੰ ਵੀ ਵਿਕਾਰਾਂ ਨੂੰ ਭੋਗਣ ਦੀ ਯੋਜਨਾ ਬਣਾਉਂਦਾ ਹੈ। ਵਿਖਿਆ ਸਖਤ ਰਹਿਓ ਨਿਸ ਬਾਸਰ, ਰਾਤ ਨੂੰ ਤੇ ਦਿਨੇ ਦੋਵੇਂ ਟਾਈਮ ਹੀ ਹੱਥ ਧੋ ਕੇ ਵਿਕਾਰਾਂ ਨੂੰ ਭੋਗਣ ਵਾਸਤੇ ਲੱਗਾ ਹੋਇਆ। ਜੇ ਇਹਨੂੰ ਚੰਗਾ ਕੰਮ ਕਹਿ ਦਿਓ ਤੇ ਕਹਿੰਦਾ ਨੀਂਦ ਆਉਂਦੀ ਹੈ, ਦਿਨੇ ਵੀ ਨੀਂਦ ਆਉਣ ਲੱਗ ਪੈਂਦੀ ਹੈ, ਰਾਤ ਨੂੰ ਤੇ ਆਉਣੀ ਹੈ। ਪਰ ਜੇ ਮਾੜਾ ਕੰਮ ਕਹਿ ਦਿਓ ਫਿਰ ਭਾਵੇਂ ਦਿਨੇ ਵੀ ਨਾ ਸੁੱਤਾ ਹੋਵੇ, ਕਹਿੰਦਾ ਰਾਤ ਨੂੰ ਵੀ ਕੋਈ ਗੱਲ ਨਹੀਂ, ਮੈਂ ਜਾਗ ਲਵਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜੇ ਆਖੀਏ ਨਾਮ ਜਪ ਲਾ, ਕਹਿੰਦਾ ਨੀਂਦ ਆਉਂਦੀ ਪਈ ਹੈ। ਜੇ ਆਖਿਆ ਵਕਾਰ ਭੋਗ ਲਾ, ਕਹਿੰਦਾ ਕੋਈ ਨਹੀਂ ਨੀਂਦ ਕੱਲ ਨੂੰ ਸੌ ਲਵਾਂਗੇ, ਪਹਿਲਾਂ ਵਕਾਰ ਨੂੰ ਭੋਗ ਲਈਏ। ਐਸੀ ਹਾਲਤ ਇਸ ਜੀਵ ਦੀ ਬਣ ਗਈ। ਮਹਾਰਾਜ ਕਹਿੰਦੇ ਵਿਖਿਆ ਸਖਤ, ਵਕਾਰਾਂ ਦੇ ਵਿੱਚ ਹੋ ਗਿਆ ਖਚਤ। ਕਦੋਂ ਹੋ ਗਿਆ? ਨਿਸ ਬਾਸਰ, ਦਿਨੇ ਰਾਤ ਹੀ ਲੱਗਾ ਹੋਇਆ, ਵਕਾਰਾਂ ਨੂੰ ਭੁਗਦਾ ਹੈ। ਨਾ ਛੋਟੇ ਅਦਮਾਈ, ਇਹ ਜਿਹੜੀ ਨੀਚਤਾਈ ਵਾਲੀ ਬੁੱਧੀ ਹੈ ਨਾ, ਅਦਮਾਈ ਤੋਂ ਭਾਵ ਹੁੰਦਾ ਨੀਚਤਾਈ ਵਾਲੇ ਵਿਚਾਰ, ਇਹ ਸਾਰੀ ਜ਼ਿੰਦਗੀ ਨਹੀਂ ਛੁੱਟੇ। ਬਚਪਨ ਤੋਂ ਲੈ ਕੇ ਜਵਾਨੀ ਤੇ ਜਵਾਨੀ ਤੋਂ ਲੈ ਕੇ ਬੁਢੇਪਾ, ਸਾਰੀ ਉਮਰਾਂ ਲੰਘ ਤੇ ਗਈ ਹੈ। ਪਰ ਉਹ ਜਿਹੜੇ ਵਿਚਾਰ ਸੀ ਨਾ ਅੰਦਰ ਨੀਚਤਾਈ ਵਾਲੇ, ਕਿਸੇ ਦਾ ਕੰਮ ਵਿਗਾੜ ਦੇਣਾ, ਕਿਸੇ ਨੂੰ ਦੁੱਖ ਦੇ ਦੇਣਾ, ਕਿਸੇ ਨੂੰ ਸਜ਼ਾ ਦੇ ਦੇਣੀ, ਕਿਸੇ ਦਾ ਬੁਰਾ ਸੋਚ ਲੈਣਾ, ਜਾਂ ਦੂਜਿਆਂ ਦੇ ਘਰ ਵਿੱਚ ਜਾ ਕੇ ਮਾੜੇ ਕਰਮ ਕਰਨ ਦੀ ਇਹ ਯੋਜਨਾ ਬਣਾ ਲੈਣੀ। ਮਹਾਰਾਜ ਕਹਿਣ ਲੱਗੇ ਇਹ ਸਕੀਮਾਂ ਸਾਰੀ ਉਮਰ ਹੀ ਨਹੀਂ ਛੁੱਟੀਆਂ। ਇਹ ਮਤਾਂ ਸੋਚ ਵੀ ਇਹ ਹੁਣ ਬੁੱਢਾ ਹੋ ਗਿਆ ਤੇ ਬਜ਼ੁਰਗ ਹੋ ਗਿਆ, ਇਹਨਾਂ ਚੀਜ਼ਾਂ ਤੋਂ ਇਹ ਫਾਰਗ ਹੋ ਗਿਆ ਹੋਵੇਗਾ, ਨਹੀਂ, ਸਾਰੀ ਉਮਰਾਂ ਲੰਘ ਗਈ ਹੈ, ਅਜੇ ਵੀ ਸਰੀਕਾ ਕਰਦਾ ਪਿਆ, ਅਜੇ ਵੀ ਚੁਗਲੀ ਕਰਦਾ ਪਿਆ, ਅਜੇ ਵੀ ਨਿੰਦਿਆ ਕਰਦਾ ਪਿਆ, ਅਜੇ ਵੀ ਵਿਕਾਰਾਂ ਨੂੰ ਭੋਗਣ ਵਾਸਤੇ ਤਿਆਰ ਹੈ, ਅਜੇ ਵੀ ਲੋਕਾਂ ਦੇ ਕੰਮ ਵਿਗਾੜਨ ਨੂੰ ਹਰ ਵੇਲੇ ਤਿਆਰ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ ਨਹਿ ਛੂਟੀ ਅਦਮਾਈ, ਅਦਮਾਈ ਤੋਂ ਭਾਵ ਨੀਚਾਂ ਵਾਲੇ ਕੰਮ ਸਾਰੀ ਉਮਰਾਂ ਭੋਗਣ ਤੋਂ ਮਗਰੋਂ ਵੀ ਛੁੱਟੇ ਨਹੀਂ। ਹਾਲੇ ਵੀ ਇਹਦੇ ਅੰਦਰ ਉਸੇ ਤਰ੍ਹਾਂ ਕੁੱਟ-ਕੁੱਟ ਕੇ ਭਰੇ ਹੋਏ, ਹਾਲੇ ਵੀ ਜਿਹੜੀ ਇਹ ਅੱਗ ਲਾ ਸਕਦਾ, ਇਹ ਚੁਗਲੀ ਲਾ ਸਕਦਾ, ਦੂਜੇ ਕਿਸੇ ਕੋਲ ਉਨੀ ਹਾਲੇ ਤਜਰਬਾ ਨਹੀਂ। ਸਾਰੀ ਉਮਰ ਇਹ ਚੁਗਲੀ ਦਾ ਤਜਰਬਾ, ਨਿੰਦਿਆ ਦਾ ਤਜਰਬਾ, ਲੋਕਾਂ ਦੇ ਕੰਮ ਵਿਗਾੜਨ ਦਾ ਤਜਰਬਾ ਆਪਣੇ ਕੋਲ ਸਾਂਭੀ ਬੈਠਾ ਹੈ। ਐਸੀ ਇਹਦੀ ਹਾਲਤ ਹੈ। ਇਹ ਨੀਚਤਾਈ ਵਾਲੇ ਕਰਮ ਛੱਡਦਾ ਨਹੀਂ ਹੈ। ਸਾਧ ਸੰਗ ਕਬੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਪਰਮਾਤਮਾ ਪ੍ਰਾਪਤ ਕਿਉਂ ਨਹੀਂ ਹੁੰਦਾ? ਇਹ ਸਵਾਲ ਸੀ, ਪਹਿਲੀ ਪੰਕਤੀ ਆਪਾਂ ਭੁੱਲਣੀ ਨਹੀਂ ਹੈ। ਪਰਮਾਤਮਾ ਪ੍ਰਾਪਤ ਤਾਂ ਨਹੀਂ ਹੋਇਆ ਕਿਉਂਕਿ ਸਾਰੀ ਉਮਰ ਮੈਂ ਆਪਣੀਆਂ ਮਾੜੀਆਂ ਕਰਤੂਤਾਂ ਛੱਡੀਆਂ ਨਹੀਂ। ਨਹਿ ਛੂਟੀ ਅਦਮਾਈ, ਮਾੜੇ ਕੰਮ ਛੱਡੇ ਨਹੀਂ, ਰੱਬ ਮਿਲਿਆ ਨਹੀਂ। ਦਿਨੇ ਰਾਤ ਮੈਂ ਵਿਕਾਰਾਂ ਬਾਰੇ ਸੋਚਦਾ ਰਿਹਾ, ਰੱਬ ਮੈਨੂੰ ਤਾਂ ਨਹੀਂ ਮਿਲਿਆ। ਮੇਰੇ ਮਨ ਵਿੱਚ ਅਗਿਆਨਤਾ ਦਾ ਹਨੇਰਾ ਹੈ, ਪਰਮਾਤਮਾ ਮੈਨੂੰ ਤਾਂ ਨਹੀਂ ਮਿਲਿਆ। ਮੇਰੇ ਮਨ ਦੇ ਵਿੱਚ ਮੋਹ ਬੜਾ ਭਰਿਆ ਹੋਇਆ, ਪਰਮਾਤਮਾ ਮੈਨੂੰ ਤਾਂ ਨਹੀਂ ਮਿਲਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਧ ਸੰਗ ਕਬਹੂ ਨਹੀਂ ਕੀਨਾ। ਜੇ ਕਿਸੇ ਨੇ ਆਖਿਆ ਨਾ ਵੀ ਚੱਲ ਤੈਨੂੰ ਸਤ ਸੰਗਤ ਵਿੱਚ ਲੈ ਚੱਲੀਏ, ਕਹਿਣ ਲੱਗਾ ਨਹੀਂ, ਸਤ ਸੰਗਤ ਵਿੱਚ ਨਹੀਂ ਜਾਣਾ। ਕਿਉਂ? ਉੱਥੇ ਜਾਣਾ ਤੇ ਵਿਹਲਿਆਂ ਦਾ ਕੰਮ ਹੈ, ਅੱਧਾ ਪੌਣਾ ਘੰਟਾ ਬੈਠਣਾ ਪਵੇਗਾ, ਉੱਥੋਂ ਮੈਨੂੰ ਕੀ ਮਿਲਣਾ ਹੈ। ਸਾਧ ਸੰਗਤ ਨੂੰ ਚੱਲ ਕੇ ਆਉਣ ਵਾਸਤੇ ਤਿਆਰ ਨਹੀਂ ਹੈ, ਦਰਵਾਜ਼ੇ ਤੋਂ ਹੀ ਅੱਗੇ ਲੰਘ ਜਾਂਦਾ, ਸੰਗਤ ਵਿੱਚ ਬੈਠਣ ਦਾ ਸਮਾਂ ਨਹੀਂ। ਸਾਧ ਸੰਗ ਕਹੂੰ ਨਹੀਂ ਕੀਨਾ, ਸਾਧ ਸੰਗਤ ਕਦੇ ਕੀਤੀ ਨਹੀਂ ਆ ਕੇ, ਕਦੇ ਬਚਨ ਸੁਣਿਆ ਹੀ ਨਹੀਂ ਸੰਗਤ ਵਿੱਚ ਆ ਕੇ ਕਿ ਇੱਥੇ ਮੇਰਾ ਭਲਾ ਹੋਣਾ ਹੈ। ਐਸੀ ਇਹਦੀ ਹਾਲਤ ਹੈ। ਨਾ ਕੀਰਤ ਪ੍ਰਭ ਗਾਈ। ਜਦੋਂ ਸੰਗਤ ਵਿੱਚ ਨਹੀਂ ਆਵਾਂਗੇ ਤੇ ਫਿਰ ਪਰਮਾਤਮਾ ਦੀ ਵਡਿਆਈ ਕਰਨ ਦਾ ਇਹ ਸਾਨੂੰ ਗਿਆਨ ਨਹੀਂ ਮਿਲੇਗਾ। ਸਾਨੂੰ ਇਹ ਨਹੀਂ ਪਤਾ ਲੱਗੇਗਾ ਪਾਠ ਕਿਵੇਂ ਕਰਨਾ, ਸਾਨੂੰ ਇਹ ਨਹੀਂ ਪਤਾ ਲੱਗੇਗਾ ਸਿਮਰਨ ਕਿਵੇਂ ਕਰਨਾ, ਸਾਨੂੰ ਇਹ ਵੀ ਨਹੀਂ ਪਤਾ ਲੱਗੇਗਾ ਨਾਮ ਕਿਵੇਂ ਜਪਣਾ, ਨਾ ਸਾਨੂੰ ਇਹ ਪਤਾ ਲੱਗਣਾ ਵੀ ਸੇਵਾ ਕਿਵੇਂ ਕਰਨੀ ਹੈ, ਕਿਸੇ ਦਾ ਭਲਾ ਕਿਵੇਂ ਕਰਨਾ ਹੈ। ਇਹ ਸਾਰੀਆਂ ਗੱਲਾਂ ਸੰਗਤ ਵਿੱਚੋਂ ਮਿਲਣੀਆਂ ਸਨ ਪਰ ਇਹ ਨਹੀਂ ਪ੍ਰਾਪਤ ਹੋਈਆਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਨਾ ਪਰਮਾਤਮਾ ਦੀ ਵਡਿਆਈ ਕੀਤੀ, ਨਾ ਇਹ ਕਰਨ ਦੀ ਸੋਝੀ ਪ੍ਰਾਪਤ ਹੋਈ। ਇਸ ਕਰਕੇ ਸਾਰਾ ਮਨੁੱਖਾ ਜਨਮ ਐਵੇਂ ਭਰਮ ਦੇ ਵਿੱਚ ਹੀ ਲੰਘ ਗਿਆ। ਭਰਮ ਹੀ ਭਰਮ ਖੋਇਓ, ਭਰਮ ਦੇ ਵਿੱਚ ਫਸਿਆ ਹੋਇਆ, ਪਤਾ ਹੀ ਨਹੀਂ ਲੱਗਾ ਸਾਰੀ ਉਮਰਾਂ ਕਦੋਂ ਲੰਘ ਗਈ, ਪ੍ਰਾਪਤੀ ਕੁਝ ਨਹੀਂ ਹੋਈ ਹੈ। ਜਾਂ ਨਾਨਕ ਮੈਂ ਨਾਹੀ ਕੋ ਗੁਣ, ਰਾਖ ਲਿਓ ਸਰਣਾਈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ ਹੈ ਪਰਮਾਤਮਾ ਮੈਂ ਆਪਣੇ ਮਨ ਦੀ ਗੱਲ ਇਹ ਦੱਸਦਾ ਹਾਂ ਕਿ ਮੇਰੇ ਵਿੱਚ ਚੰਗਾ ਗੁਣ ਹੈ ਕੋਈ ਨਹੀਂ ਹੈ। ਮੈਂ ਨਹੀਂ ਇਹ ਗੱਲ ਕਹਿੰਦਾ ਵੀ ਮੇਰੇ ਵਿੱਚ ਇਹ ਗੁਣ ਹੈ, ਮੇਰੇ ਵਿੱਚ ਇਹ ਗੁਣ ਹੈ।
ਮੇਰੇ ਵਿੱਚ ਕੋਈ ਗੁਣ ਨਹੀਂ, ਮੈਂ ਤੇ ਗੁਣਾ ਤੋਂ ਖਾਲੀ ਬਿਲਕੁਲ ਜ਼ੀਰੋ ਹੀ ਹਾਂ। ਮੇਰੇ ਵਿੱਚ ਗੁਣ ਕੋਈ ਨਹੀਂ, ਪਰ ਮੇਰੇ ਤੇ ਤਰਸੇ ਕਰ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਿਆ। ਮੈਂ ਤੁਹਾਡੇ ਚਰਨ ਫੜ ਲਏ ਨੇ ਤੇ ਚਰਨ ਫੜਨਾ ਦੀ ਮੇਰੀ ਰੱਖਿਆ ਕਰ ਲੋ ਮਹਾਰਾਜ। ਮੇਰੇ ਵਿੱਚ ਚੰਗਾ ਗੁਣ ਤੇ ਕੋਈ ਨਹੀਂ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ। ਮੇਰੀ ਬਾਹ ਫੜੇ ਦੀ ਮਹਾਰਾਜ ਲੱਜਿਆ ਹੀ ਰੱਖ ਲਿਓ। ਮੈਂ ਹੱਥ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕੜਾ ਪਾ ਲਿਆ। ਮਹਾਰਾਜ ਇਹ ਆਪਣੇ ਕਕਾਰ ਦੀ ਇੱਜ਼ਤ ਹੀ ਰੱਖ ਲਓ। ਇੱਕ ਕੜੇ ਨੂੰ ਵੇਖ ਕੇ ਮੇਰੀ ਬਾਹ ਫੜ ਲਓ ਮਹਾਰਾਜ, ਮੈਂ ਆਪ ਜੀ ਦਾ ਸਿੱਖ ਹਾਂ। ਮੈਂ ਇਹ ਕੇਸ ਰੱਖ ਲੈਣੇ ਆਪ ਜੀ ਦੇ ਬਖਸ਼ੇ ਹੋਏ। ਮਹਾਰਾਜ ਇਹ ਕੇਸਾਂ ਦੀ ਨਿਸ਼ਾਨੀ ਦੀ ਲਾਜ ਰੱਖਦਿਆਂ ਹੋਇਆਂ ਮੇਰੀ ਇੱਜ਼ਤ ਰੱਖੋ ਮਹਾਰਾਜ, ਮੈਨੂੰ ਕੱਢ ਲਓ ਸੰਸਾਰ ਵਿੱਚੋਂ। ਪਾਤਸ਼ਾਹ ਜੀ ਮੇਰੇ ਵਿੱਚ ਚੰਗਾ ਗੁਣ ਤੇ ਹੈ ਕੋਈ ਨਹੀਂ, ਹੈ ਤੇ ਮੈਂ ਔਗੁਣਾਂ ਦਾ ਭਰਿਆ ਹੋਇਆ। ਦਿਨੇ ਰਾਤ ਮਾੜੇ ਕਰਮੀ ਕਰਦਾ, ਮਾੜੀਆਂ ਕਰਤੂਤਾਂ ਕਰਦਾ ਰਿਹਾ, ਪਰ ਇਸ ਵੇਲੇ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ। ਇਸ ਕਰਕੇ ਮਹਾਰਾਜ ਮੈਨੂੰ ਰੱਖ ਲਓ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਇਹ ਬਾਂਹ ਫੜੇ ਦੀ ਮਹਾਰਾਜ ਆਪ ਜੀ ਨੂੰ ਲੱਜਾ ਹੈ। ਮੈਂ ਆਪ ਜੀ ਦਾ ਸਿੱਖ ਹੋ ਕੇ ਜੇ ਜਨਮਾਂ ਵਿੱਚ ਪੈ ਜਾਵਾਂਗਾ, ਜਮਾਂ ਦੀ ਮਾਰ ਖਾਵਾਂਗਾ ਤੇ ਮਹਾਰਾਜ ਉਹਦੀ ਲਾਜ ਤੁਹਾਨੂੰ ਆਵੇਗੀ। ਇਸ ਕਰਕੇ ਆਪਣੇ ਬਿਰਧ ਬਾਣੇ ਦੀ ਲਾਜ ਰੱਖ ਲਓ ਤੇ ਮਹਾਰਾਜ ਮੈਨੂੰ ਬਚਾ ਲਓ ਸੰਸਾਰ ਵਿੱਚੋਂ। ਇਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰਿਆ ਕਰ, ਸਤਿਗੁਰੂ ਤੇਰਾ ਜਨਮ ਸੁਧਾਰ ਦੇਣਗੇ, ਤੇਰੀ ਅਵਸਥਾ ਬਣਾ ਦੇਣਗੇ, ਤੇਰਾ ਜੀਵਨ ਉੱਚਾ ਕਰ ਦੇਣਗੇ ਔਰ ਤੈਨੂੰ ਮੁਕਤੀ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ। ਮਾਈ ਮੈਂ ਕਿਹ ਬਿਦ ਲਖੋਂ ਗੁਸਾਈ, ਇਸ ਤਰ੍ਹਾਂ ਰੱਬ ਨੂੰ ਜਾਣਿਆ ਜਾਂਦਾ ਹੈ। ਜਦੋਂ ਤਰਲਾ ਕਰੇਗਾ ਉਦੋਂ ਉਹਦੀ ਪ੍ਰਾਪਤੀ ਹੁੰਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਾਧ ਸੰਗ ਕਬੂ ਨੇ ਕੀਨਾ, ਨਾ ਕੀਰਤ ਪ੍ਰਭ ਗਾਈ, ਜਾਂ ਨਾਨਕ ਮੈਂ ਨਾਹੀ ਕੋ ਗੁਣ, ਰਾਖ ਲਿਓ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ,